आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 73। शहर विच पहले सरा यानी धर्मशाला हुंदिया सी। यात्री रात नूं उहनां विच रुकदे सन, सवेरे भोजन खा के जांदे सन। ਉਹ ਪਰਦੇ ਵਿੱਚ ਰਹਿਣ ਵਾਲੀ ਸੁੰਦਰ ਇਸਤਰੀ ਕੁੱਤੀ ਬਣ ਕੇ ਧਰਮਸ਼ਾਲਾ ਵਿੱਚ ਰੁਕੇ ਯਾਤਰੀਆਂ ਦਾ ਸੁੱਟਿਆ ਟੁਕੜਾ ਖਾਣ ਦੇ ਲਈ ਸਰਾਏ ਯਾਨੀ ਧਰਮਸ਼ਾਲਾ ਵਿੱਚ ਪਹੁੰਚਦੀਆਂ ਹਨ। ਰੋਟੀਆਂ ਦਾ ਟੁਕੜਾ ਧਰਤੀ ਉੱਪਰ ਪਾਇਆ ਜਾਂਦਾ ਹੈ। ਉਸ ਦੇ ਨਾਲ ਕੁਝ ਰੇਤ ਮਿੱਟੀ ਵੀ ਚਿਪਕ ਜਾਂਦੀ ਹੈ। ਉਹ ਸੁੰਦਰੀ ਜੋ ਕਾਜੂ ਕਿਸ਼ਮਿਸ਼ ਯੁਕਤ ਹਲਵਾ ਖੀਰ ਖਾਂਦੀ ਸੀ, ਭਗਤੀ ਨਹੀਂ ਕਰਦੀ ਸੀ, ਉਸ ਰੇਤ ਮਿੱਟੀ ਯੁਕਤ ਟੁਕੜੇ ਨੂੰ ਖਾ ਰਹੀ ਹੈ। ਜੇਕਰ ਸਰੀਰ ਰਹਿੰਦੇ ਰਹਿੰਦੇ ਪੂਰੇ ਸੰਤ ਤੋਂ ਨਾਮ ਲੈ ਕੇ ਭਗਤੀ ਕਰ ਲੈਂਦੀ ਤਾਂ ਇਹ ਦਿਨ ਨਹੀਂ ਦੇਖਣੇ ਪੈਂਦੇ। ਪੂਹਲੋ ਬਾਈ ਦੀ ਨਸੀਹਤ। ਇੱਕ ਰਾਜਾ ਨੇ ਪੂਹਲੋ ਬਾਈ ਦੇ ਗਿਆਨ ਵਿਚਾਰ ਸੁਣ ਬਹੁਤ ਪ੍ਰਭਾਵਿਤ ਹੋਇਆ। ਉਸ ਰਾਜਾ ਦੀਆਂ 3 ਰਾਣੀਆਂ ਸਨ। ਰਾਜਾ ਆਪਣੀ ਰਾਣੀਆਂ ਨੂੰ ਪੂਹਲੋ ਬਾਈ ਦੇ ਵਿਸ਼ੇ ਵਿੱਚ ਦੱਸਿਆ। ਰਾਜਾ ਨੇ ਕਈ ਵਾਰ ਪੂਹਲੋ ਬਾਈ ਭਗਤਨੀ ਦੀ ਆਪਣੀਆਂ ਰਾਣੀਆਂ ਸਾਹਮਣੇ ਪ੍ਰਸ਼ੰਸਾ ਕੀਤੀ। ਆਪਣੇ ਪਤੀ ਦੇ ਮੁਖੋਂ ਹੋਰ ਇਸਤਰੀ ਦੀ ਪ੍ਰਸ਼ੰਸਾ ਸੁਣ ਕੇ ਰਾਣੀਆਂ ਨੂੰ ਚੰਗਾ ਨਹੀਂ ਲੱਗਾ, ਪਰੰਤੂ ਕੁਝ ਬੋਲ ਨਹੀਂ ਸਕਿਆ। ਉਹਨਾਂ ਨੇ ਭਗਤ ਮਤੀ ਪੂਹਲੋ ਬਾਈ ਨੂੰ ਦੇਖਣ ਦੀ ਇੱਛਾ ਪ੍ਰਗਟ ਕੀਤੀ। ਰਾਜਾ ਨੇ ਪੂਹਲੋ ਬਾਈ ਨੂੰ ਆਪਣੇ ਘਰ ਸਤਸੰਗ ਦੀ ਕਰਨ ਦੇ ਲਈ ਕਿਹਾ ਤਾਂ ਪੂਹਲੋ ਬਾਈ ਨੇ ਸਤਸੰਗ ਦੀ ਤਰੀਕ ਤੇ ਸਮਾਂ ਰਾਜਾ ਨੂੰ ਦੱਸ ਦਿੱਤਾ। ਸਤਸੰਗ ਦੇ ਦਿਨ ਰਾਣੀਆਂ ਨੇ ਅਤੀ ਸੁੰਦਰ ਤੇ ਕੀਮਤੀ ਵਸਤਰ ਪਹਿਨੇ ਤੇ ਸਾਰੇ ਗਹਿਣੇ ਪਹਿਨੇ। ਆਪਣੀ ਸੁੰਦਰਤਾ ਦਿਖਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ। ਰਾਣੀਆਂ ਨੇ ਸੋਚਿਆ ਸੀ ਕਿ ਪੂਹਲੋ ਬਹੁਤ ਸੁੰਦਰ ਹੋਏਗੀ। ਭਗਤ ਮਤੀ ਪੂਹਲੋ ਰਾਜਾ ਦੇ ਘਰ ਆਈ। ਉਸਨੇ ਖੱਦਰ ਦਾ ਮੈਲਾ ਜਿਹਾ ਵਸਤਰ ਧਾਰਨ ਕਰ ਰੱਖਿਆ ਸੀ। ਹੱਥ ਵਿੱਚ ਮਾਲਾ ਸੀ, ਚਿਹਰੇ ਦਾ ਰੰਗ ਵੀ ਸਾਫ਼ ਨਹੀਂ ਸੀ। ਭਗਤ ਮਤੀ ਪੂਹਲੋ ਨੂੰ ਦੇਖ ਕੇ ਤਿੰਨੋਂ ਰਾਣੀਆਂ ਖਿੜਖਿੜਾ ਕੇ ਹੱਸਣ ਲੱਗੀਆਂ ਅਤੇ ਬੋਲੀਆਂ ਕਿ ਇਹ ਹੈ ਉਹ ਪੂਹਲੋ, ਅਸੀਂ ਤਾਂ ਸੋਚਿਆ ਸੀ ਕਿ ਬਹੁਤ ਸੁੰਦਰ ਹੋਏਗੀ। ਉਹਨਾਂ ਦੀ ਗੱਲ ਸੁਣ ਕੇ ਭਗਤ ਮਤੀ ਪੂਹਲੋ ਬਾਈ ਨੇ ਕਿਹਾ ਕਿ ਵਸਤਰ ਅਪੂਸ਼ਣ ਤਨ ਕੀ ਸ਼ੋਭਾ, ਯਹ ਤਨ ਕਾਚੋ ਪਾਂਡੋ, ਭਗਤੀ ਬਿਨਾ ਬਨੋਗੀ ਕੂਤੀਆ, ਰਾਮ ਭਜੋ ਨਾਰਾਂਡੋ। ਭਾਵ ਅਰਥ, ਸੁੰਦਰ ਵਸਤਰ ਅਤੇ ਅਪੂਸ਼ਣ ਸਰੀਰ ਦੀ ਸ਼ੋਭਾ ਵਧਾਉਂਦੇ ਹਨ। ਇਹ ਸਰੀਰ ਨਾਸ਼ਵਾਨ ਹੈ, ਜਿਵੇਂ ਕੱਚਾ ਘੜਾ ਹੁੰਦਾ ਹੈ। ਇਹ ਸਰੀਰ ਛਣ ਭੰਗੂਰ ਹੈ, ਨਾ ਜਾਣੇ ਕਿਸ ਕਾਰਨ ਨਾਲ ਕਿਸ ਉਮਰ ਵਿੱਚ ਕਦੋਂ ਕਸ਼ਟ ਹੋ ਜਾਏ। ਜੇਕਰ ਭਗਤੀ ਨਹੀਂ ਕੀਤੀ ਤਾਂ ਅਗਲੇ ਜਨਮ ਵਿੱਚ ਕੁੱਤੀ ਦਾ ਜਨਮ ਪਾਉਂਗੀਆਂ, ਫਿਰ ਨਿਰਵਸਤਰ ਭਟਕਦੀਆਂ ਫਿਰੋਂਗੀਆਂ। ਇਸ ਲਈ ਕਿਹਾ ਹੈ ਰਾਂਡੋ ਅਰਥਾਤ ਇਸਤਰੀਓ ਭਗਤੀ ਕਰੋ। ਰਾਂਡ ਸ਼ਬਦ ਵਿਧਵਾ ਦੇ ਲਈ ਪ੍ਰਯੋਗ ਹੁੰਦਾ ਹੈ, ਪਰੰਤੂ ਸਧਾਰਨ ਰੀਤ ਵਿੱਚ ਇਸਤਰੀਆਂ ਆਪਣੀ ਪਿਆਰੀਆਂ ਸਖੀਆਂ ਨੂੰ ਪਿਆਰ ਨਾਲ ਸੰਬੋਧਿਤ ਕਰਨ ਵਿੱਚ ਪ੍ਰਯੋਗ ਕਰਦੀਆਂ ਸਨ। ਹੁਣ ਪੜ੍ਹੇ ਲਿਖੇ ਹੋਣ ਕਰਕੇ ਇਹ ਸ਼ਬਦ ਪ੍ਰਯੋਗ ਨਹੀਂ ਹੁੰਦਾ। ਭਗਤ ਮਤੀ ਪੂਹਲੋ ਬਾਈ ਨੇ ਸਤਸੰਗ ਸੁਣਾਇਆ, ਕਬੀਰ ਪਰਮੇਸ਼ਵਰ ਜੀ ਦੀਆਂ ਸਾਖੀਆਂ ਸੁਣਾਈਆਂ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 74। कबीर हर दे नाम बिना नारी कुतिया होए, गली गली पौंकत फिरे टुक ना डाले कोय। कबीर राम रटत कोड़ी पलो, चू चू पड़े जो चाम, सुंदर देही किस काम की, जा मुख नाही नाम। कबीर नहीं परोसा देही का, बिनस जाए छिण माही, स्वांस उसांस में नाम जपो और यतन कुछ नहीं। कबीर स्वांस उसांस में नाम जपो, वृथा सांस मत खोए, ना जाने इस सांस का आवण हो के ना होए। गरीब सर्व सोने की लंका थी, रावण से रणतीरम, एक पलक में राज गया, यम के पड़े जंजीरम। गरीब मर्द गर्द में मिल गए, रावण से रणतीरम, कंस केसे चाणूर से हिरणाकुश बलबीरम। गरीब तेरी क्या बुनियाद है, जीव जन्म धर लेत, दास गरीब हर नाम बिन खाली रह जा खेत। शब्द अर्थ, ਕਬੀਰ ਪਰਮੇਸ਼ਵਰ ਜੀ ਨੇ ਅਧਿਆਤਮ ਦਾ ਵਿਧਾਨ ਦੱਸਿਆ ਹੈ। ਕਿਹਾ ਹੈ ਕਿ ਜੋ ਇਸਤਰੀ ਭਗਤੀ ਨਹੀਂ ਕਰਦੀ ਉਹ ਅਗਲੇ ਜਨਮ ਵਿੱਚ ਕੂਤੀ ਦਾ ਜੀਵਨ ਪ੍ਰਾਪਤ ਕਰਕੇ ਗਲੀ ਗਲੀ ਪੌਂਕਦੀ ਫਿਰਦੀ ਹੈ। ਕੋਈ ਉਸ ਨੂੰ ਭੋਜਨ ਦਾ ਗ੍ਰਾਸ ਵੀ ਨਹੀਂ ਦਿੰਦਾ। ਮਾਨਵ ਜੀਵਨ ਵਿੱਚ ਸਭ ਭੋਜਨ ਸਮੇਂ ਤੇ ਮਿਲ ਰਿਹਾ ਸੀ। ਭਗਤੀ ਨਾ ਕਰਨ ਨਾਲ ਇਹ ਦਸ਼ਾ ਹੋਵੇਗੀ। ਪਰਮਾਤਮਾ ਦੀ ਭਗਤੀ ਕੁਸ਼ਟ ਰੋਗੀ ਜਿਸ ਦੇ ਸਰੀਰ ਦੀ ਖਾਲ ਵੀ ਕੱਟ ਕੇ ਡਿੱਗ ਰਹੀ ਹੈ, ਉਸ ਤੋਂ ਖੂਨ ਨਿਕਲ ਕੇ ਡਿੱਗ ਰਿਹਾ ਹੈ। ਪਰਮਾਤਮਾ ਦੀ ਭਗਤੀ ਕੁਸ਼ਟ ਰੋਗੀ ਵੀ ਕਰਦਾ ਹੈ ਤਾਂ ਉਹ ਬਹੁਤ ਚੰਗਾ ਹੈ। ਭਗਤੀ ਕਰਨ ਨਾਲ ਉਸ ਦਾ ਕੁਸ਼ਟ ਰੋਗ ਵੀ ਠੀਕ ਹੋ ਜਾਵੇਗਾ, ਭਵਿੱਖ ਵੀ ਉਜਵਲ ਹੋਵੇਗਾ। ਜੋ ਭਗਤੀ ਨਹੀਂ ਕਰਦਾ ਉਹ ਚਾਹੇ ਸੁੰਦਰ ਸਰੀਰ ਵਾਲਾ ਵੀ ਕਿਉਂ ਨਾ ਹੋਵੇ, ਉਸ ਦਾ ਸੁੰਦਰ ਸਵਸਥ ਸਰੀਰ ਕਿਸੇ ਕੰਮ ਦਾ ਨਹੀਂ ਹੈ। ਇਸ ਮਾਨਵ ਸਰੀਰ ਦਾ ਕੋਈ ਵਿਸ਼ਵਾਸ ਨਹੀਂ ਹੈ ਕਿ ਇਹ ਕਦੋਂ ਅਤੇ ਕਿਸ ਕਾਰਨ ਕਰਕੇ ਨਸ਼ਟ ਹੋ ਜਾਵੇ। ਇਸ ਨੂੰ ਬਚਾ ਕੇ ਨਹੀਂ ਰੱਖਿਆ ਜਾ ਸਕਦਾ। ਇਸ ਦਾ ਇੱਕ ਉਪਯੋਗ ਹੈ ਭਗਤੀ ਕਰੋ, ਇੰਨਾ ਸਿਮਰਨ ਕਰੋ,
ਕਿ ਇੱਕ ਸ਼ਵਾਂਸ ਵੀ ਨਾਮ ਦੇ ਬਿਨਾਂ ਖਾਲੀ ਨਾ ਜਾਵੇ। ਸ਼ਵਾਂਸ ਛੱਡਦੇ ਸਮੇਂ ਅਤੇ ਲੈਂਦੇ ਸਮੇਂ ਹਰੇਕ ਸ਼ਵਾਂਸ ਵਿੱਚ ਨਾਮ ਜਾਪੋ। ਸ਼ਵਾਂਸ ਨੂੰ ਨਾਮ ਦੇ ਜਾਪ ਬਿਨਾਂ ਬੇਅਰਥ ਨਾ ਖੋਵੋ। ਇਸ ਸ਼ਵਾਂਸ ਨੂੰ ਗਿਆਨ ਨਹੀਂ ਹੈ, ਇਹ ਅੰਦਰ ਗਿਆ ਹੈ ਤਾਂ ਬਾਹਰ ਆਵੇਗਾ ਕਿ ਨਹੀਂ ਆਵੇਗਾ। ਇਸ ਲਈ ਗਫਲਤ ਨਾ ਕਰਕੇ ਭਗਤੀ ਵਿੱਚ ਲੱਗ ਜਾਓ। ਜੇਕਰ ਆਪ ਦੇ ਕੋਲ ਧਨ ਹੈ ਅਤੇ ਸੁਵਿਧਾਵਾਂ ਵੀ ਹਨ, ਇਸ ਦੇ ਕਾਰਨ ਭਗਤੀ ਕਰਨਾ ਨਾ ਭੁੱਲਣਾ। ਸ਼੍ਰੀਲੰਕਾ ਦੇ ਰਾਜਾ ਰਾਵਣ ਦੇ ਕੋਲ ਬਹੁਤ ਧਨ ਸੀ। ਉਸਨੇ ਸੋਨੇ ਦੇ ਮਕਾਨ ਬਣਾ ਰੱਖੇ ਸਨ ਅਤੇ ਖੁਦ ਵੀ ਯੋਧਾ ਸੀ। ਪਰੰਤੂ ਸ਼੍ਰੀ ਰਾਮਚੰਦਰ ਦੇ ਨਾਲ ਯੁੱਧ ਹੋਇਆ, ਮਾਰਿਆ ਵੀ ਗਿਆ ਅਤੇ ਸੋਨਾ ਵੀ ਲੁੱਟ ਲਿਆ ਗਿਆ। ਰਾਜ ਵੀ ਗਿਆ। ਇਹ ਸਭ ਇੱਕ ਪਲਕ ਵਿੱਚ ਹੋ ਗਿਆ, ਯਾਨੀ ਰਾਮ ਜੀ ਦੇ ਤੀਰ ਨਾਲ ਮਾਰਿਆ ਗਿਆ। ਕੁਝ ਹੀ ਸਮੇਂ ਵਿੱਚ ਸਭ ਕੁਝ ਨਸ਼ਟ ਹੋ ਗਿਆ ਅਤੇ ਯਮ ਦੇ ਦੂਤ ਯਾਨੀ ਮੌਤ ਦੇਵਤਾ ਦੇ ਨੌਕਰ ਉਸ ਰਾਵਣ ਨੂੰ ਜੰਜੀਰਾਂ ਵਿੱਚ ਬੰਨ੍ਹ ਕੇ ਲੈ ਗਏ, ਨਰਕ ਵਿੱਚ ਪਾਇਆ ਗਿਆ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 75। ਰਾਵਣ ਜਿਹੇ ਮਰਦਾਨੇ ਯਾਨੀ ਸ਼ੂਰਵੀਰ ਮਿੱਟੀ ਵਿੱਚ ਮਿਲ ਗਏ ਅਤੇ ਮਥੁਰਾ ਦਾ ਰਾਜਾ ਕੰਸ਼, ਉਸ ਦਾ ਪ੍ਰਸਿੱਧ ਪਹਿਲਵਾਨ ਚਾਣੂਰ, ਕੰਸ਼ ਦਾ ਨੌਕਰ ਕੇਸ਼ੀ ਰੂਪਧਾਰੀ ਰਾਖਸ਼ ਅਤੇ ਹਿਰਣਯਕਸ਼ਿਪੂ ਜਿਹੇ ਬਲਵਾਨ ਵੀ ਭਗਤੀ ਬਿਨਾਂ ਜੀਵਨ ਬੇਅਰਥ ਕਰ ਗਏ। हे ਸਧਾਰਨ ਪ੍ਰਾਣੀ, ਤੇਰੀ ਕੀ ਬੁਨਿਆਦ ਹੈ, ਯਾਨੀ ਤੂੰ ਕਿਸ ਆਧਾਰ ਤੇ ਬਚੇਗਾ? ਤੂੰ ਕਰਮਾਂ ਦੇ ਅਨੁਸਾਰ ਭਾਂਤ-ਭਾਂਤ ਜੀਵਾਂ ਦੇ ਸਰੀਰ ਧਾਰਨ ਕਰ ਲੈਂਦਾ ਹੈ। ਸੰਤ ਗਰੀਬਦਾਸ ਜੀ ਨੇ ਪਰਮੇਸ਼ਵਰ ਕਬੀਰ ਜੀ ਦੇ ਦੱਸੇ ਗਿਆਨ ਨਾਲ ਕਿਹਾ ਹੈ ਕਿ ਭਗਤੀ ਨਾ ਕਰਨ ਨਾਲ ਤੈਨੂੰ ਅਜਿਹੀ ਹਾਨੀ ਹੋਵੇਗੀ ਜਿਵੇਂ ਕਿਸਾਨ ਖੇਤ ਵਿੱਚ ਬੀਜ ਨਾ ਬੀਜਣ ਨਾਲ ਭੁੱਖਾ ਮਰਦਾ ਹੈ, ਉਸ ਨੂੰ ਕੋਈ ਲਾਭ ਨਹੀਂ ਹੁੰਦਾ। ਭਗਤਨੀ ਪੂਹਲੋ ਨੇ ਇਸ ਸੰਸਾਰ ਦੀ ਅਸਲੀਅਤ ਦੱਸੀ ਤੇ ਭਗਤੀ ਬਿਨਾਂ ਹੋਣ ਵਾਲੇ ਕਸ਼ਟ ਦੱਸੇ। ਛੋਟੇ ਜਿਹੇ ਰਾਜ ਦੇ ਟੁਕੜੇ ਨੂੰ ਪ੍ਰਾਪਤ ਕਰਕੇ ਆਪ ਇੰਨਾ ਗੌਰਵ ਕਰ ਰਹੇ ਹੋ। ਇਹ ਬੇਅਰਥ ਹੈ। ਲੰਕਾ ਦਾ ਰਾਜਾ ਰਾਵਣ ਸੋਨੇ ਯਾਨੀ ਗੋਲਡ ਦੇ ਮਕਾਨ ਬਣਾ ਰੱਖੇ ਸਨ। ਸਤ ਭਗਤੀ ਨਾ ਕਰਨ ਨਾਲ ਰਾਜ ਵੀ ਗਿਆ, ਸੋਨਾ ਵੀ ਇੱਥੇ ਰਹਿ ਗਿਆ, ਨਰਕ ਦਾ ਭਾਗੀ ਬਣਿਆ। ਰਾਜਾ ਰਾਣੀਆਂ ਨੇ ਉਪਦੇਸ਼ ਲੈ ਕੇ ਭਗਤੀ ਕੀਤੀ ਤੇ ਜੀਵਨ ਧਨਤਾ ਦਾ ਪਾਤਰ ਬਣਾਇਆ। ਕਬੀਰ ਹਰ ਕੇ ਨਾਮ ਬਿਨ ਰਾਜਾ ਰਸ਼ਭ ਹੋਏ, ਮਿੱਟੀ ਲੱਦੇ ਕੁਮਹਾਰ ਕੇ ਕਾਸ ਨਾ ਨੀਰੇ ਕੋਏ। ਭਗਵਾਨ ਦੀ ਭਗਤੀ ਨਾ ਕਰਨ ਨਾਲ ਰਾਜਾ ਗਧੇ ਦਾ ਸਰੀਰ ਪ੍ਰਾਪਤ ਕਰਦਾ ਹੈ। ਕੰਮਿਆਰ ਦੇ ਘਰ ਉੱਤੇ ਮਿੱਟੀ ਢੋਂਦਾ ਹੈ, ਘਾਹ ਖੁਦ ਜੰਗਲ ਵਿੱਚ ਖਾ ਕੇ ਆਉਂਦਾ ਹੈ। फिर पीछे तू पशुआ कीजे, दीजे बैल बनाए। चार पहर जंगल में डोले तो नहीं उधर पर आए। सिर ऊपर सींग दे मन बौरे, दूम से मच्छर उड़ाए। कांदे जुआ जोते कुआ कोंदो का पूसा खाए। भाव अर्थ गधे दा शरीर पूरा करके ਇਹ ਪ੍ਰਾਣੀ बैल ਦੀ ਜ਼ੂਨੀ ਪ੍ਰਾਪਤ ਕਰਦਾ ਹੈ। ਮਾਨਵ ਸਰੀਰ ਵਿੱਚ ਜੀਵ ਨੂੰ ਕਿੰਨੀ ਸੁਵਿਧਾ ਪ੍ਰਾਪਤ ਸੀ। ਭੁੱਖ ਲੱਗਦੇ ਹੀ ਖਾਣਾ ਖਾਓ, ਦੁੱਧ ਪੀਓ, ਚਾਹ ਪੀਓ, ਪਿਆਸ ਲੱਗੇ ਤਾਂ ਪਾਣੀ ਪੀ ਲਵੋ। ਭਗਤੀ ਨਾ ਕਰਨ ਨਾਲ ਉਹੀ ਪ੍ਰਾਣੀ ਬੈਲ ਬਣ ਕੇ ਸਵੇਰ ਤੋਂ ਸ਼ਾਮ ਤੱਕ 4 ਪਹਿਰ ਅਰਥਾਤ 12 ਘੰਟੇ ਤੱਕ ਜੰਗਲ ਵਿੱਚ ਫਿਰਦਾ ਹੈ। ਹਲ ਜੋਤਿਆ ਜਾਂਦਾ ਹੈ। ਦਿਨ ਵਿੱਚ ਕੇਵਲ 2 ਵਾਰ ਆਹਾਰ ਬੈਲ ਨੂੰ ਖਿਲਾਇਆ ਜਾਂਦਾ ਹੈ, ਦੁਪਹਿਰ 12 ਵਜੇ ਅਤੇ ਰਾਤ ਵਿੱਚ। ਪਰੰਤੂ ਬੈਲ ਨੂੰ ਵਿਚਕਾਰ ਹੀ ਭੁੱਖ ਲੱਗੀ ਹੈ ਅਤੇ ਚਾਰੋਂ ਤਰਫ ਚਾਰਾ ਪਿਆ ਹੁੰਦਾ ਹੈ, ਲੇਕਿਨ ਖਾ ਨਹੀਂ ਸਕਦਾ। ਹਾਲੀ ਉਸ ਨੂੰ ਘਾਹ ਨਹੀਂ ਖਾਣ ਦਿੰਦਾ। ਪਾਣੀ ਵੀ ਸਮੇਂ ਤੇ ਨਹੀਂ, ਦਿਨ ਵਿੱਚ 2 ਜਾਂ 3 ਵਾਰ ਪਿਲਾਇਆ ਜਾਂਦਾ ਹੈ। ਸਿਰ ਤੇ ਸਿੰਘ ਤੇ ਇੱਕ ਦੁਮ ਯਾਨੀ ਪੂਛ ਲੱਗੇ ਹੋਣਗੇ। ਜਦ ਮਾਨਵ ਸਰੀਰ ਵਿੱਚ ਸੀ ਉਦੋਂ ਉਹ ਜੀਵ ਕੂਲਰ ਪੱਖੇ ਤੇ ਸੀ, ਕਮਰਿਆਂ ਵਿੱਚ ਰਹਿੰਦਾ ਸੀ। ਹੁਣ ਇੱਕ ਪੂਛ ਹੈ, ਇਸ ਨੂੰ ਚਾਹੇ ਕੂਲਰ ਦੀ ਜਗ੍ਹਾ ਚਾਹੇ ਪੱਖੇ ਦੀ ਜਗ੍ਹਾ ਪ੍ਰਯੋਗ ਕਰੋ, ਉਸੀ ਨਾਲ ਮੱਛਰ ਉਡਾਉਂਦਾ ਹੈ। ਸਤਸੰਗ ਵਿੱਚ ਇਹ ਵੀ ਦੱਸਿਆ ਕਿ ਘਰ ਵਿੱਚ ਕਲੇਸ਼ ਦਾ ਕਾਰਨ ਪਰਮਾਤਮਾ ਦੇ ਵਿਧਾਨ ਨੂੰ ਨਾ ਸਮਝ ਕੇ ਸੰਸਾਰ ਦੇ ਭਾਵ ਵਿੱਚ ਚੱਲਣਾ ਹੈ। ਘਰ ਦਾ ਕੋਈ ਮੈਂਬਰ ਘਰ ਵਿੱਚ ਹਾਨੀ ਨਹੀਂ ਕਰਨਾ ਚਾਹੁੰਦਾ। ਕਿਸੇ ਕਾਰਨ ਹਾਨੀ ਹੋ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਕਲੇਸ਼ ਨਹੀਂ ਕਰਨੀ ਚਾਹੀਦੀ ਹੈ। ਜੋ ਹਾਨੀ ਹੋਣੀ ਸੀ ਉਹ ਤਾਂ ਹੋ ਚੁੱਕੀ ਹੈ, ਉਹ ਤਾਂ ਠੀਕ ਹੋਣਾ ਨਹੀਂ। ਬੇਅਰਥ ਦੀ ਕਲੇਸ਼ ਸਮਝਦਾਰੀ ਨਹੀਂ ਹੈ। ਜਿਸ ਤੋਂ ਗਲਤੀ ਨਾਲ ਕੋਈ ਹਾਨੀ ਹੋ ਜਾਂਦੀ ਹੈ ਤਾਂ ਉਸ ਨੂੰ ਕਹਿਣਾ ਚਾਹੀਦਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 76। हे बेटा बेटी, माता पिता ਜਾਂ ਸੱਸ ਬਹੂ, ਇਹ ਜੋ ਹੋ ਗਿਆ ਇਹ ਆਪਣੇ ਭਾਗ ਵਿੱਚ ਨਹੀਂ ਸੀ। ਤੁਸੀਂ ਜਾਣ ਬੁੱਝ ਕੇ ਤਾਂ ਕੀਤਾ ਨਹੀਂ ਹੈ। ਇਸ ਗੱਲ ਤੋਂ ਘਰ ਵਿੱਚ ਸ਼ਾਂਤੀ ਕਾਇਮ ਰਹਿੰਦੀ ਹੈ। ਕਲੇਸ਼ ਵਿੱਚ ਕਾਲ ਨਿਵਾਸ ਕਰਦਾ ਹੈ। ਭੂਤ ਪ੍ਰੇਤਾ ਦਾ ਉਸ ਘਰ ਵਿੱਚ ਡੇਰਾ ਹੁੰਦਾ ਹੈ। ਜੋ ਕਲੇਸ਼ ਨਹੀਂ ਕਰਦੇ ਉਹ ਸੁੱਖ ਨਾਲ ਵਸਦੇ ਹਨ। ਜਿਸ ਘਰ ਵਿੱਚ ਪਰਮਾਤਮਾ ਦੀ ਭਗਤੀ ਯਾਨੀ ਆਰਤੀ ਉਸਤਤੀ ਜੋਤੀ ਯੱਗ ਹੁੰਦੀ ਹੈ, ਉਸ ਘਰ ਵਿੱਚ ਦੇਵਤਾਵਾਂ ਦਾ ਨਿਵਾਸ ਹੁੰਦਾ ਹੈ। ਸਤਸੰਗ ਸੁਣ ਕੇ ਸਭ ਆਪਣੇ ਆਪਣੇ ਘਰ ਚਲੇ ਗਏ।
ਸਤਸੰਗ ਦਿਨ ਦੇ 12 ਵਜੇ ਤੱਕ ਹੋਇਆ ਸੀ। ਪੁੱਤਰ ਬਦੂ ਨੂੰ ਪਤਾ ਨਹੀਂ ਸੀ ਕਿ ਸਾਸੂ ਮਾਂ ਸਤਸੰਗ ਵਿੱਚ ਗਈ ਸੀ। ਅਗਲੇ ਦਿਨ ਸਵੇਰੇ ਮੱਝ ਦਾ ਦੁੱਧ ਕੱਢ ਕੇ ਪੁੱਤਰ ਬਦੂ ਉਸ ਬਾਲਟੀ ਨੂੰ ਛੱਤ ਵਿੱਚ ਲੱਗੇ ਕੁੰਡੇ ਵਾਲੇ ਸਰੀਏ ਵਿੱਚ ਪ੍ਰਤੀਦਿਨ ਦੀ ਤਰ੍ਹਾਂ ਟੰਗਣ ਲੱਗੀ। ਉਸ ਨੂੰ ਲੱਗਾ ਕਿ ਬਾਲਟੀ ਟੰਗ ਗਈ, ਪਰੰਤੂ ਸਰੀਏ ਦੇ ਉਲਟੇ ਪਾਸੇ ਬਾਲਟੀ ਦੀ ਕੜੀ ਲੱਗੀ ਸੀ। ਪੁੱਤਰ ਬਦੂ ਨੇ ਸੋਚਿਆ ਕਿ ਠੀਕ ਲੱਗਾ ਹੈ ਅਤੇ ਬਾਲਟੀ ਛੱਡ ਦਿੱਤੀ। ਬਾਲਟੀ ਧਰਤੀ ਉੱਤੇ ਡਿੱਗ ਗਈ, ਦੁੱਧ ਡੁੱਲ ਗਿਆ। ਆਵਾਜ਼ ਸੁਣ ਕੇ ਪਤੇਰੀ ਆਈ ਅਤੇ ਪੁੱਤਰ ਬਦੂ ਦੁੱਧ ਦੀ ਬਜਾਏ ਸਾਸੂ ਮਾਂ ਦੇ ਵੱਲ ਮਾਯੂਸੀ ਨਾਲ ਦੇਖ ਰਹੀ ਸੀ। ਬੋਲਣਾ ਉਚਿਤ ਨਹੀਂ ਸਮਝਿਆ, ਕਿਉਂਕਿ ਪੁੱਤਰ ਬਦੂ ਨੂੰ ਪਤਾ ਸੀ ਕਿ ਸਾਸੂ ਮਾਂ ਕਿਸੇ ਵੀ ਸਫਾਈ ਦੇ ਬਚਨ ਨਹੀਂ ਸੁਣਦੀ ਸੀ। ਸੋਚ ਰਹੀ ਸੀ ਕਿ ਅੱਜ ਦਾ ਸਾਰਾ ਦਿਨ ਕਲੇਸ਼ ਵਿੱਚ ਜਾਏਗਾ। ਸ਼ਾਮ ਨੂੰ ਪਤੀ ਆਏਗਾ, ਉਸ ਤੋਂ ਵੀ ਪਿਟਾਈ ਕਰਵਾਏਗੀ। ਹੇ ਪਰਮਾਤਮਾ, ਇਹ ਕੀ ਬਣੀ? ਐਸੀ ਗਲਤੀ ਤਾਂ ਕਦੀ ਨਹੀਂ ਹੋਈ ਸੀ। ਹੇ ਸਤਿਗੁਰੂ, ਕੁਝ ਤਾਂ ਦਇਆ ਕਰੋ। ਮੈਂ ਤਾਂ ਆਪ ਦੀ ਭਗਤੀ ਵੀ ਭੁੱਲਣ ਨੂੰ ਹੋ ਰਹੀ ਹਾਂ। ਮੈਨੂੰ ਤਾਂ ਸਾਰਾ ਦਿਨ ਸਾਸੂ ਮਾਂ ਦੇ ਸਲੋਕ ਯਾਦ ਰਹਿੰਦੇ ਹਨ। ਪਤੇਰੀ ਬੋਲੀ, ਬੇਟੀ, ਜੋ ਹੋਣਾ ਸੀ ਉਹ ਹੋ ਗਿਆ। ਅੱਜ ਸਾਡੇ ਭਾਗ ਵਿੱਚ ਦੁੱਧ ਹੈ ਨਹੀਂ, ਚਿੰਤਾ ਨਾ ਕਰ। ਇਸ ਦੁੱਧ ਨੂੰ ਉੱਪਰੋਂ ਹੱਥਾਂ ਨਾਲ ਬਾਲਟੀ ਵਿੱਚ ਪਾ ਕੇ ਮੱਝ ਨੂੰ ਪਿਲਾ ਦੇ। ਇਹ ਕਹਿ ਕੇ ਜੋ ਨਾਮ ਦੀਖਿਆ ਲਈ ਸੀ ਉਸ ਦਾ ਜਾਪ ਕਰਨ ਲੱਗ ਗਈ। ਪੁੱਤਰ ਬਦੂ ਨੂੰ ਆਪਣੇ ਕੰਨਾਂ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਸੋਚ ਰਹੀ ਸੀ ਕਿ ਮਾਤਾ ਜੀ ਅੱਜ ਪਤਾ ਨਹੀਂ ਕਿਹੜਾ ਸਟੇਸ਼ਨ ਯਾਨੀ ਰੇਡੀਓ ਆਕਾਸ਼ਬਾਣੀ ਪਕੜ ਗਈ। ਇਹ ਸ਼ੀਤਲ ਬਚਨ ਪਤੇਰੀ ਦੀ ਬੋਰੀ ਯਾਨੀ ਬਾਰਦਾਨਾ ਵਿੱਚ ਨਹੀਂ ਸਨ। ਇਸ ਵਿੱਚ ਖਲ ਭਰੀ ਸੀ, ਆਸ-ਪਾਸ ਤੋਂ ਨਿਕਲਦੀ ਸੀ ਤਾਂ ਵੀ ਬੜਬੜ ਦੀ ਚੱਲ ਨਿਕਲਦੀ ਸੀ। ਪੁੱਤਰ ਬਦੂ ਦਾ ਨਾਮ ਨਿਸ਼ਾ ਸੀ। ਉਹ ਸੋਚ ਰਹੀ ਸੀ ਕਿ ਨਿਸ਼ਾ, ਅੱਜ ਨਿਸ਼ਾ ਯਾਨੀ ਰਾਤ ਵਿੱਚ ਤੇਰੀ ਬੁਰੀ ਹੋਵੇਗੀ ਦਿਸ਼ਾ। ਨਿਸ਼ਾ ਦੀ ਸੋਚ ਸੀ ਕਿ ਪਤੀ ਨੂੰ ਦੱਸੇਗੀ। ਉਹ ਮਾਤਾ ਦੀ ਗੱਲ ਸੁਣ ਕੇ ਮੇਰੀ ਕੁਝ ਨਹੀਂ ਸੁਣਦਾ, ਚੰਗੀ ਬੁਰੀ ਕਹੇਗਾ, ਸਾਰਾ ਦਿਨ ਅਤੇ ਰਾਤ ਰੋਣੇ ਵਿੱਚ ਜਾਏਗੀ। ਨਿਸ਼ਾ ਨੇ ਦੁੱਧ ਬਾਲਟੀ ਵਿੱਚ ਪਾ ਕੇ ਮੱਝ ਨੂੰ ਪਿਲਾ ਦਿੱਤਾ। ਬਾਲਟੀ ਧੋ ਕੇ ਰੱਖ ਦਿੱਤੀ। ਪਤੇਰੀ ਆਈ ਅਤੇ ਬੋਲੀ ਕਿ ਬੇਟੀ, ਰੋਟੀ ਖਾ ਲੈ। ਚਿੰਤਾ ਮਤ ਕਰ ਬੇਟੀ, ਮੈਂ ਕੱਲ ਦਿਆ ਕੌਰ ਨਾਲ ਦਿਨ ਵਿੱਚ ਸਤਸੰਗ ਗਈ ਸੀ। ਮੇਰੀਆਂ ਤਾਂ ਅੱਖਾਂ ਖੁੱਲ ਗਈਆਂ। ਮੈਂ ਤਾਂ ਬਹੁਤ ਕਲਹਾਰੀ ਬਣੀ ਹੋਈ ਸੀ। ਬੇਟੀ, ਹੋ ਸਕੇ ਤਾਂ ਮੈਨੂੰ ਮਾਫ ਕਰ ਦੇਣਾ। ਪਿੱਛੇ ਹੋਇਆ ਸੋ ਹੋਇਆ। ਅੱਗੇ ਤੋਂ ਆਪਣੀ ਬੇਟੀ ਨੂੰ ਪਲਕਾਂ ਤੇ ਬਿਠਾ ਕੇ ਰੱਖੂੰਗੀ। ਮੇਰੀ ਬੇਟੀ ਤਾਂ ਤੂੰ ਹੈ, ਜਨਮੀ ਬੇਟੀ ਤਾਂ ਅਗਲਿਆਂ ਦੀ ਸੀ। ਉਹ ਚਲੀ ਗਈ, ਆਪਣਾ ਦੁੱਖ ਸੁੱਖ ਸਾਂਝਾ ਹੈ। ਮੇਰੀ ਤਾਂ ਇੱਕ ਦਿਨ ਦੇ ਸਤਸੰਗ ਨੇ ਹੀ ਅੱਖਾਂ ਖੋਲ ਦਿੱਤੀਆਂ। ਬੇਟੀ, ਅਗਲੇ ਐਤਵਾਰ ਨੂੰ ਆਪ ਵੀ ਚੱਲਣਾ, ਮੈਂ ਵੀ ਚੱਲੂੰਗੀ। ਹੌਲੀ ਹੌਲੀ ਬੇਟੇ ਨੂੰ ਵੀ ਲੈ ਚੱਲਾਂਗੇ। ਨਿਸ਼ਾ ਨੇ ਆਪਣੇ ਗੁਰੂ ਜੀ ਦਾ ਫੋਟੋ ਯਾਨੀ ਸਰੂਪ ਕੱਪੜਿਆਂ ਵਿੱਚ ਛਿਪਾ ਰੱਖਿਆ ਸੀ। ਫੋਟੋ ਕੱਢ ਕੇ ਚਰਨਾਂ ਵਿੱਚ ਸ਼ੀਸ਼ ਰੱਖ ਕੇ ਕਿਹਾ ਕਿ ਹੇ ਗੁਰੂਵਰ, ਅੱਜ ਆਪ ਜੀ ਨੇ ਆਪਣੀ ਬੇਟੀ ਦੀ ਪੁਕਾਰ ਸੁਣ ਲਈ, ਘਰ ਸਵਰਗ ਬਣਾ ਦਿੱਤਾ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 77। ਸ਼ਾਮ ਨੂੰ ਚਤਰ ਸਿੰਘ ਆਇਆ ਤਾਂ ਮਾਤਾ ਨੇ ਦੁੱਧ ਡੁੱਲਣ ਦਾ ਜ਼ਿਕਰ ਵੀ ਨਹੀਂ ਕੀਤਾ। ਕੁਝ ਦਿਨ ਬਾਅਦ ਚਤਰ ਸਿੰਘ ਨੂੰ ਵੀ ਨਾਮ ਦੁਆ ਦਿੱਤਾ। ਕੁਝ ਸਮੇਂ ਪਿੱਛੋਂ ਨਿਸ਼ਾ ਦੇ ਗੁਰੂ ਜੀ ਆ ਗਏ। ਨਿਸ਼ਾ ਨੇ ਦੱਸਿਆ ਕਿ ਗੁਰੂ ਜੀ, ਮੇਰੀ ਸਾਸੂ ਮਾਂ ਬਹੁਤ ਚੰਗੀ ਹੈ। ਇਸਨੇ ਵੀ ਗੁਰੂ ਜੀ ਦਾ ਨਾਮ ਲੈ ਲਿਆ ਹੈ। ਪਤੇਰੀ ਨੇ ਕਿਹਾ, ਮਹਾਰਾਜ ਜੀ, ਨਿਸ਼ਾ ਨੇ ਕਦੀ ਦੱਸਿਆ ਨਹੀਂ ਕਿ ਇਸਨੇ ਨਾਮ ਲੈ ਰੱਖਿਆ ਹੈ। ਇਹ ਮੇਰੇ ਕਲਹ ਤੋਂ ਡਰਦੀ ਹੋਏਗੀ। ਹੁਣ ਦੱਸਿਆ ਹੈ, ਜਦ ਮੈਂ ਨਾਮ ਲੈ ਲਿਆ, ਵਧੀਆ ਕੀਤਾ ਇਸਨੇ। ਜੇਕਰ ਪਹਿਲਾਂ ਦੱਸ ਦਿੰਦੀ ਤਾਂ ਮੈਂ ਹੋਰ ਜ਼ਿਆਦਾ ਦੁਖੀ ਕਰਦੀ ਅਤੇ ਪਾਪ ਦੀ ਭਾਗੀ ਬਣਦੀ। ਨਿਸ਼ਾ ਦੇ ਗੁਰੂ ਜੀ ਨੇ ਕਿਹਾ, ਮਾਈ ਪਤੇਰੀ, ਆਪ ਤਾਂ ਆਸਮਾਨ ਤੋਂ ਡਿੱਗੇ ਅਤੇ ਖੰਜੂਰ ਵਿੱਚ ਅਟਕੀ ਹੋ, ਕਿਉਂਕਿ ਤੁਹਾਡੀ ਦੀਖਿਆ ਸ਼ਾਸਤਰ ਅਨੁਕੂਲ ਨਹੀਂ ਹੈ। ਸਤ ਸਾਧਨਾ ਬਿਨਾਂ ਮੋਕਸ਼ ਨਹੀਂ ਹੋ ਸਕਦਾ। ਜਿਵੇਂ ਰੋਗ ਨਾਸ਼ ਦੀ ਸਹੀ ਔਸ਼ਧੀ ਖਾਣ ਨਾਲ ਹੀ ਰੋਗ ਤੋਂ ਮੁਕਤੀ ਮਿਲਦਾ ਹੈ, ਇਸੇ ਪ੍ਰਕਾਰ ਸਤ ਸਾਧਨਾ ਕਰਨ ਨਾਲ ਜਨਮ ਮਰਨ ਦੇ ਰੋਗ ਤੋਂ ਮੁਕਤੀ ਮਿਲਦੀ ਹੈ। ਨਿਸ਼ਾ ਨੇ ਸੋਚਿਆ ਕਿ ਸਾਸੂ ਮਾਂ ਨਾਰਾਜ਼ ਨਾ ਹੋ ਜਾਏ, ਇਸ ਲਈ ਵਿੱਚੋਂ ਹੀ ਬੋਲ ਉੱਠੀ ਕਿ ਗੁਰੂ ਜੀ, ਸੁਣਿਆ ਹੈ ਆਪ ਨੇ ਕੋਈ ਨਵੀਂ ਪੁਸਤਕ ਲਿਖੀ ਹੈ, ਉਹ ਸੰਗਤ ਨੇ ਛਪਵਾਈ ਹੈ, ਕੀ ਆਪ ਜੀ ਦੇ ਕੋਲ ਹੈ? ਗੁਰੂ ਜੀ ਬੋਲੇ, ਹੇ ਬੇਟੀ, ਆਪ ਨੂੰ ਦੇਣ ਦੇ ਲਈ ਆਇਆ ਹਾਂ। ਇਹ ਕਹਿ ਕੇ ਗੁਰੂ ਜੀ ਦੂਸਰੇ ਕਮਰੇ ਵਿੱਚ ਗਏ ਜਿਸ ਵਿੱਚ ਠਹਿਰੇ ਸਨ। ਉਸ ਵਿੱਚ ਥੈਲਾ ਰੱਖਿਆ ਸੀ। ਨਿਸ਼ਾ ਵੀ ਨਾਲ ਗਈ ਅਤੇ ਬੋਲੀ, ਗੁਰੂਦੇਵ, ਪਰਿੰਡ ਦੇ ਛੱਤੇ ਨੂੰ ਨਾ ਛੇੜੋ, ਮੁਸ਼ਕਿਲ ਨਾਲ ਸ਼ਾਂਤ ਹੋਇਆ ਹੈ। ਗੁਰੂ ਜੀ ਬੋਲੇ, ਹੇ ਬੇਟੀ, ਹੁਣ ਤੇਰੀ ਸੱਸ ਜੀ ਦੀ ਪੂਰੀ ਰੁਚੀ ਭਗਤੀ ਵਿੱਚ ਹੈ, ਹੁਣ ਇਹ ਮੰਨੇਗੀ। ਗੁਰੂ ਜੀ 3 ਦਿਨ ਰੁਕੇ, ਤੱਤਵ ਗਿਆਨ ਸਮਝਾਇਆ। ਪਤੇਰੀ ਨੇ ਵੀ ਗੁਰੂ ਬਦਲ ਲਿਆ ਅਤੇ ਆਪਣਾ ਕਲਿਆਣ ਕਰਵਾਇਆ। ਸਤਸੰਗ ਨਾਲ ਘਰ ਸਵਰਗ ਬਣ ਗਿਆ। ਚਾਰੋਂ ਤਰਫ ਸ਼ਾਂਤੀ ਹੋ ਗਈ। ਜਿੱਥੇ ਗਾਲੀ ਗਲੋਚ ਦੇ ਸਾਰਾ ਦਿਨ ਗੋਲੇ ਸੁੱਟਦੇ ਸਨ, ਹੁਣ ਉਸ ਘਰ ਵਿੱਚ ਪਰਮਾਤਮਾ ਦੇ ਗਿਆਨ ਦੀ ਗੰਗਾ ਵਹਿਣ ਲੱਗੀ।
ਭਗਤ ਮਤੀ ਨਿਸ਼ਾ ਦੇ ਗੁਰੂ ਜੀ ਪਰਮੇਸ਼ਵਰ ਕਬੀਰ ਜੀ ਸਨ, ਜੋ ਹੋਰ ਪੇਸ਼ ਵਿੱਚ ਸਤ ਭਗਤੀ ਪ੍ਰਚਾਰ ਕਰਨ ਦੇ ਲਈ ਘੁੰਮਦੇ ਫਿਰਦੇ ਸਨ। ਉਹਨਾਂ ਨੇ ਦੱਸਿਆ ਕਿ ਕਿਹੜੇ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ। ਪੜੋ ਇਸੇ ਪੁਸਤਕ ਦੇ ਪੰਨਾ ਨੰਬਰ 226 ਉੱਪਰ। ਸਿੱਟਾ ਪਰਮੇਸ਼ਵਰ ਕਬੀਰ ਜੀ ਨੇ ਦੱਸਿਆ ਹੈ ਕਿ ਮਨ ਨੇਕੀ ਕਰ ਲੈ 2 दिन का मेहमान, मात पिता तेरा कुटुंब कबीला, 2 दिन का रल मिल का मेला, अंत समय उठ चले अकेला तज माया मंडान, कहाँ से आया कहाँ जाएगा, तन छूटे तब कहाँ समाएगा, आखिर तुझको कौन कहेगा गुरु बिन आत्म ज्ञान, कौन तुम्हारा सच्चा साई, झूठी है ये सकल सगाई, चलने से पहले सोच रे भाई कहाँ करेगा विश्राम, अट मालपन घट ज्यो परिता, आवत जात परै करे रीता, जुगन जुगन तू मरता जीता, करवा ले रे कल्याण, 184 की सहत्रासा, ऊंच नीच कर लेता वासा, कहे कबीर सब मिटाऊ रासा, कर मेरी पहचान। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 78। भाव अर्थ परमेश्वर कबीर जी ने अपने मन नू संबोधित करके सानू प्राणियां नू चेतावनी दिती है कि इस संसार विच 2 दिन दा भाव थोड़े समय दा मेहमान है। इस थोड़े ਜਿਹੇ मानव जीवन विच आत्म ज्ञान दे अभाव करके अनेका पाप इकट्ठे करके अनमोल मानव जीवन नष्ट कर जांदा है। धन कमाउण दी विधि तां संसार दे व्यक्ति दस सकदे हन, परंतु गुरुदेव जी दे बिना आत्म ज्ञान भाव जीव कित्थों आया। मनुख जीव दा मूल उद्देश की है। सतगुरु धारण कीते बिना यानी दीख्या लए बिना जीव दा मानव जन्म नष्ट हो जांदा है। ਇਹ ਗੱਲ गुरु जी दे बिना कोई नहीं दसेगा, चाहे पृथ्वी दा राजा भी बन जा। परंतु भविख विच पशु जन्म मिलेगा। जन्म मरण दा चक्कर गुरु जी दे ज्ञान अते दीख्या मंत्र यानी नाम बिना समाप्त नहीं हो सकदा। जद तक जन्म मरण दा चक्कर समाप्त नहीं हुंदा ता दस्या है कि यह जीवन अरट का कुआं लोई, या गल बंदा है सब कोई, कीड़ी कुंजर और अवतारा, अरट डोर बंदे कई बारा। भाव अर्थ जिवें अरट दे खूह विच लोहे दी चक्री लगी हुंदी है, उस दे उपर बाल्टिया दी चेन बैलड कीती जांदी है, उसनू अरट कहा जादा सी। पहला बैल जाऊठ नाल चलाउंदे सी, जिवें कोहलू बैल जाऊठ नाल चलाउंदे हन। पहला ज्यादा चलाउंदे सन। अरट दिया बाल्टियां नीचे खूह तो पानी भर के लियाउंदियां हन, उपर खाली हो जांदियां हन। ਇਹ ਚੱਕਰ ਸਦਾ ਚੱਲਦਾ ਰਹਿੰਦਾ ਹੈ। ਇਸ ਪ੍ਰਕਾਰ ਪ੍ਰਿਥਵੀ ਰੂਪੀ ਖੂਹ ਤੋਂ ਪਾਪ ਅਤੇ ਪੁੰਨਾਂ ਦੀ ਬਾਲਟੀ ਭਰੀ ਉੱਪਰ ਸਵਰਗ ਨਰਕ ਵਿੱਚ ਖਾਲੀ ਕੀਤੀ। ਇਸ ਪ੍ਰਕਾਰ ਜਨਮ ਮਰਨ ਦੇ ਚੱਕਰ ਵਿੱਚ ਜੀਵ ਸਦਾ ਰਹਿੰਦਾ ਹੈ। ਉੱਪਰ ਦੇ ਸ਼ਬਦ ਵਿੱਚ ਇਹੀ ਸਮਝਾਇਆ ਹੈ ਕਿ ਸੰਸਾਰ ਵਿੱਚ ਪਰਿਵਾਰ ਧਨ ਸਭ ਤਿਆਗ ਕੇ ਇੱਕ ਦਿਨ ਇਕੱਲਾ ਚਲਿਆ ਜਾਏਗਾ, ਫਿਰ ਕਿਤੇ ਹੋਰ ਜਗ੍ਹਾ ਜਨਮ ਲੈ ਕੇ ਇਹੀ ਕਿਰਿਆ ਕਰਕੇ ਚਲਿਆ ਜਾਏਗਾ। ਜੇਕਰ ਆਪ ਘਰ ਤੋਂ ਕਿਸੇ ਹੋਰ ਸ਼ਹਿਰ ਵਿੱਚ ਜਾਂਦੇ ਹੋ ਤਾਂ ਜਾਣ ਤੋਂ ਪਹਿਲਾਂ ਨਿਸ਼ਚਿਤ ਕਰਦੇ ਹੋ ਕਿ ਉੱਥੇ ਜਾਵਾਂਗੇ, ਉਸ ਦੇ ਬਾਅਦ ਕਿੱਥੇ ਵਿਸ਼ਰਾਮ ਕਰੋਗੇ, ਪਰੰਤੂ ਸੰਸਾਰ ਛੱਡ ਕੇ ਜਾਂਦੇ ਹੋ ਤਾਂ ਕਦੀ ਵਿਚਾਰ ਨਹੀਂ ਕਰਦੇ ਕਿ ਕਿੱਥੇ ਵਿਸ਼ਰਾਮ ਕਰੋਗੇ। ਇਹ ਜੀਵ 84 ਲੱਖ ਪ੍ਰਕਾਰ ਦੇ ਪ੍ਰਾਣੀਆਂ ਦੇ ਸਰੀਰਾਂ ਵਿੱਚ ਪ੍ਰਤਾੜਨਾ ਸਹਿਣ ਕਰਦਾ ਹੈ। ਮਰਦਾ ਜਿਉਂਦਾ ਯਾਨੀ ਨਵੇਂ ਪ੍ਰਾਣੀ ਦਾ ਜੀਵਨ ਪ੍ਰਾਪਤ ਕਰਦਾ ਹੈ। कदी राजा बन के उच्च बन जाता है, कदी कंगाल बन के नीच कहलाउंदा है। परमात्मा कबीर जी समझा रहे हन कि अवतार गण यानी राम कृष्ण आदि भी सत साधना ना मिलन दे कारण जन्म मरण दे चक्कर विच पए हन। सत साधना मेरे कोल है, हे प्राणी तू मैनू पहचान। मैं समर्थ परमात्मा हा, मैं तेरा जन्म मरण दा सारा झंझट समाप्त कर देवांगा। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 79। काल लोक विच जन्म मरण रूपी रैट चक्कर दा चित्र दिता होया है, जिसनू तुसी किताब विच देख सकते हो। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 80। शब्द नंबर 2। नाम सुमरले सुक्रम कर ले, कौन जाने कल की, खबर नहीं पल की। कोडी कोडी माया जोड़ी बात करे छल की, पाप पुण्य की बांदी पोटरिया कैसे होवे हल्की। मात पिता परिवार भाई बंधु तेरिया मतलब की, चलती बरिया कोई ना साथी, जा माटी जंगल की। तारो बीच चंद्रमा ज्यो चलकै, तेरी महिमा चला चल की। बने कुकरा विषटा खावे, अब बात करे बल की। ये संसार रैन का सपना, औस बूंद जल की। सतनाम बिना सबे साधना गारा दलदल की। अंत समय जब चले अकेला, आंसू नैन टल की। केह कबीर गह शरण मेरी हो रक्षा जल थल की। भाव अर्थ
परमात्मा कबीर जी ने दस्या है कि हे भोले मानव यानी इस्त्री जा पुरुष, परमात्मा दा नाम जाप कर ते शुभ कर्म कर। पता नहीं कल जानी भविख विच की दुर्घटना हो जाएगी। एक पल दा भी ज्ञान नहीं है। धन दा संग्रह छल कपट कीते बिना होएगा ही नहीं, जिस विचों कुछ धर्म उपर भी खर्च कर दिंदा है। इस प्रकार पाप ते पुण्य दी दो गठड़ी बन लई ए किवें हल्की होएगी। पाप नरक विच पुण्य स्वर्ग विच भोगदा है। माता पिता भाई पत्नी आदि आदि परिजन अपने अपने दिया गल्लां सोचदे हन। पूर्व जन्मां दे कारण परिवार रूप विच जुड़े हन। जिस जिस दा समय पूरा हो जाएगा, संस्कार समाप्त हुंदा जाएगा, ਉਹ तुरंत परिवार छड्ड के चला जाएगा। जिवें रेल विच डिब्बा भरिया हुंदा है, जिस जिसने जिथे जिथे दी टिकट लै रखी है उत्थे उत्थे उतर के चले जांदे हन। ਇਹ परिवार रेल दे डिब्बे दी तरह है। मृत्यु उपरंत ਇਹ शरीर मिट्टी हो जाता है। उस समय तेरा कोई परिवार दा मैंबर साथी नहीं होएगा। एक व्यक्ति अपनी पत्नी नूं बहुत प्रेम करदा सी। बिरध होया तां उसदी मृत्यु निकट सी। उसने अपनी पत्नी नूं कहा कि आप मेरे नाल चलोगे। ਉਹ तुरंत मना कर गई कि मैं ना मरूं तेरे साथ। तेरे तै 3 साल छोटी सून। बिरध नूं उस दिन सदमा हो गया। उसने उस नाल गल करनी भी बंद कर दित्ती। नेड़े आवे तां मूंह मोड़ लवे, बोले कुछ नहीं। 60 साल दे साथ विच उस बिरध नूं पहली वार एहसास होया कि कोई किसे दा नहीं है। जेकर उस बिरध नूं समझ हुंदी अते असल प्रेम हुंदा तां कहंदी कि मैनू भी नाल लै जाना। बिरध ने की नाल लै जाना सी। उस दा मन खुश हो जांदा, आसानी नाल मर जांदा। समय तो पहला बजुर्ग नूं कौन मारदा। इस तो सिद्ध है कि असल प्रेम दिया गल्लां दूर दिया कौडियां ने। सब स्वार्थ दे कारण जुड़े हन। हे मानव, पूर्व जन्म दे जप तप ते धर्म संस्कार नाल वर्तमान विच मंत्री प्रधान मंत्री जा उच्च अधिकारी बन के इंज सुशोभित हो रहा है जिवें रात विच तारिਆਂ दे विचकार चंद दी शोभा हुंदी है। जेकर सत्संग विचार नहीं सुने तां आत्म ज्ञान दे बिना परमात्मा दी भगती ना करके भविख दे जन्म विच कुत्ता बन के बिस्टा यानी गोबर मिट्टी खाएगा। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 81। हुण तू बल जानी शरीरक शक्ति पद दी ताकत दिया गल्ला करदा है। फिर पशु बन के महान कष्ट उठाएगा। नर से फिर पशुआ कीजै, गधा बैल बनाई। छप्पन भोग कहाँ मन पौरे, कुरड़ी चरने जाई। शब्द अर्थ जो मनुख यानी स्त्री जा पुरुष सत भगती शास्त्र अनुसार गुरु तो दीख्या लैके नहीं करदा, ਉਹ मौत तो बाद पशु जीवन प्राप्त करदा है। ਉਹ गधे जा बैल दे शरीर प्राप्त करदा है। मानव शरीर विच स्वादिष्ट भोजन खांदा सी। गधा बनन तो बाद चंगा भोजन नहीं मिलदा। गधे दा शरीर धारण करके जंगल विच कूड़े दे ढेर तो गंदा खाना जा घाह खांदा है। इस लई भगती करो। हे मानव, संसार विच तेरा जीवन इस तरह है जिवें सवेरे औस दे जल दिया बूंदा घाह उपर चमक रहिया हुंदियां हन, जो कुछ समय विच समाप्त हो जादियां हन। इस लई पूर्ण सतगुरु तो सतनाम यानी सच्चे नाम जाप मंत्र लै के भगती करके जीव दा कल्याण करा लै। सच्चे शास्त्र अनुकूल भगती मंत्र दे इलावा शास्त्र विरुद्ध साधना ता दलदल दी गारा दे समान है। कड्डण दी वजाए दुगना फसाउंदी है। ਉਹ साधना परमेश्वर कबीर जी दे कोल सी ते कुछ संतां नूं भी परमेश्वर कबीर जी ने दसी सी, परंतु उन्हां नूं होर नूं दसण तो मना कर दिता सी। वर्तमान विच यानी सन 1997 तो मुझ दास यानी रामपाल दे कोल है। मेरे तो इलावा वर्तमान विच किसे भी संत ते गुरु दे कोल शास्त्र प्रमाणित भगती मंत्र नहीं हन। आओ दीख्या लओ अते अपना ते अपने परिवार दा जीवन सफल बनाओ। जेकर आप जी मेरे यानी रामपाल दे इलावा किसे होर पंथ दे संत जा गुरु तो दीख्या लै लई तां ओही गल होएगी कि आसमान तो गिरे खंजूर विच रटके घर दे रहोगे ना घाट दे। मैं यानी लेखक पहला पिंड पिंड विच सत्संग करदा सी। मेरा सत्संग सुनदे जो आत्मा नूं हिला के रख दिंदा है, मेरे तो नाम दीख्या नहीं लैंदे, होर संतां तो दीख्या लैंदे सन, उन्हां तो कोई लाभ नहीं होया। मेरे तो लई तां सुखी होए। उपरोक्त सत्संग बचना तो सिट्टा ਇਹ निकलदा है कि जेकर सत्संग दे विचार सुनन नूं मिल जाण तां घर स्वर्ग बन जादा है। उस दे बिना नरक जिहा जीवन जीउणा पैंदा है। इस प्रकार विश्व उदार संभव है। सब प्रेम प्यार नाल जीवन निर्वाह करके मोक्ष प्राप्त कर सकते हन। ਇਹ अति जरूरी है। वर्तमान दी कुछ सत कथा
ਨੋਟ ਨਿਮਨ ਕਥਾ ਇੱਥੇ ਤੇ ਸ਼ੇਸ਼ ਪੰਨਾ ਨੰਬਰ 299 ਉੱਪਰ ਪੜੋ। ਭਗਤ ਸੁਰੇਸ਼ ਦਾਸ ਦੇ ਉਜੜੇ ਪਰਿਵਾਰ ਨੂੰ ਵਸਾਇਆ ਪਿੰਡ ਡੀਗਲ ਪੰਨਾ ਗੰਜਾ। ਭਗਤ ਦਾ ਨਾਮ ਸੁਰੇਸ਼ ਅਹਲਾਵਤ ਤੇ ਭਗਤਮਤੀ ਦਾ ਨਾਮ ਯਸ਼ਵੰਤੀ। ਡੀਗਲ ਪਿੰਡ ਗਵਾਹ ਹੈ ਕਿ ਭਗਤ ਸੁਰੇਸ਼ ਸ਼ਰਾਬ, ਸੁਲਫਾਤ, ਤਮਾਕੂ ਦਾ ਬਹੁਤ ਆਦੀ ਸੀ। ਘਰ ਦੀ ਠੌਰ ਬਟੌੜ ਕਰ ਰੱਖਿਆ ਸੀ। ਭੈਣ ਯਸ਼ਵੰਤੀ ਯਾਨੀ ਸੁਰੇਸ਼ ਦੀ ਪਤਨੀ ਅਸਾਧ ਰੋਗ ਤੋਂ ਪੀੜਤ ਸੀ। 2 ਲੜਕੇ ਛੋਟੀ ਉਮਰ ਦੇ ਸਨ ਜੋ ਪਿਤਾ ਨੂੰ ਘਰ ਆਉਂਦੇ ਦੇਖ ਲੁਕ ਜਾਂਦੇ ਸਨ। ਘਰ ਵਿੱਚ ਝਗੜਾ ਰਹਿੰਦਾ ਸੀ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 82। भैन यशवंती दा एक भाई हरियाणा पुलिस विच DSP सी जो हुण सेवा मुक्त यानी रिटायर्ड हो चुका है। नाम है भगत राजिंदर सिंह राठी, पिंड पापड़ो दा। उसने अपनी भैन दे उपचार विच कोई कसर नहीं छड्डी सी, परंतु बेअर्थ रही। मेरा एक भगत जो हरियाणा पुलिस विच नौकरी कर रहा है ਉਹ ਆਰੀਆ ਸਮਾਜ ਦੇ ਮਹਾਨ ਪ੍ਰਚਾਰਕ ਸ਼੍ਰੀ ਜੌਹਰੀ ਸਿੰਘ ਜੀ ਦਾ ਬੇਟਾ ਹੈ, ਪਿੰਡ ਜਸਰਾਨਾ ਜ਼ਿਲ੍ਹਾ ਸੋਨੀਪਤ। ਇਸ ਦੇ ਨਾਲ ਮੇਰਾ ਛੋਟਾ ਭਾਈ ਮਹਿੰਦਰ ਸਿੰਘ ਵੀ ਹਰਿਆਣਾ ਪੁਲਿਸ ਵਿੱਚ ਨੌਕਰੀ ਕਰਦਾ ਸੀ, ਜਿਸ ਨੂੰ ਸਨ 2016 ਵਿੱਚ ਸੇਵਾ ਮੁਕਤ ਹੋਣਾ ਸੀ, ਪਰੰਤੂ ਪਰਮਾਰਥੀ ਮਿਸ਼ਨ ਦੇ ਉਦੇਸ਼ ਨੂੰ ਸਮਝ ਕੇ ਸਨ 2005 ਵਿੱਚ ਰਿਟਾਇਰਮੈਂਟ ਲੈ ਕੇ ਮੇਰੇ ਨਾਲ ਹੱਥ ਵਟਾ ਰਿਹਾ ਹੈ। ਮੇਰਾ ਭਾਈ SP ਰੋਹਤਕ ਦਾ ਡਰਾਈਵਰ ਸੀ, ਭਗਤ ਜੈਵੀਰ ਮਲਿਕ DSP ਝੱਜਰ ਦਾ ਡਰਾਈਵਰ ਸੀ। ਦੋਨੋਂ ਜਦੋਂ ਮਿਲਦੇ ਸਨ ਤਾਂ ਮੇਰਾ ਭਾਈ ਉਸ ਨਾਲ ਇਸ ਗਿਆਨ ਦੀ ਚਰਚਾ ਕਰਦਾ ਸੀ। ਪਹਿਲਾਂ ਤਾਂ ਆਰੀਆ ਸਮਾਜੀ ਹੋਣ ਦੇ ਕਾਰਨ ਭਗਤ ਜੈਵੀਰ ਜੀ ਬਹੁਤ ਦੁਖੀ ਹੋਏ। ਆਪਣੇ ਆਚਾਰੀਆਂ ਨੂੰ ਮਿਲੇ, ਪਰੰਤੂ ਅੰਤ ਵਿੱਚ ਸੱਚਾਈ ਨੂੰ ਅੱਖੀ ਦੇਖ ਕੇ ਮੰਨ ਲਿਆ ਕਿ ਸੱਚਾਈ ਇਹੀ ਹੈ। ਉਸਨੇ ਸਨ 1994 ਵਿੱਚ ਮੇਰੇ ਤੋਂ ਦੀਖਿਆ ਲੈ ਲਈ। ਸਨ 1995 ਅਤੇ 1996 ਤੱਕ ਭਗਤ ਰਾਜਿੰਦਰ ਸਿੰਘ ਰਾਠੀ ਝੱਜਰ ਵਿੱਚ ਨੌਕਰੀ ਕਰ ਰਹੇ ਸਨ ਅਤੇ ਜੈਵੀਰ ਜੀ ਉਹਨਾਂ ਦੇ ਡਰਾਈਵਰ ਸਨ। ਭਗਤ ਰਾਜਿੰਦਰ ਜੀ ਦਾ ਇੱਕ ਭਾਈ ਪੁਲਿਸ ਵਿੱਚ ਨੌਕਰੀ ਕਰਦਾ ਸੀ। ਭੈਣ ਯਸ਼ਵੰਤੀ ਵਾਲੀ ਬਿਮਾਰੀ ਉਸ ਨੂੰ ਵੀ ਸੀ, ਜਿਸ ਕਾਰਨ ਸਨ 1995 ਵਿੱਚ ਉਸ ਦੀ ਮ੍ਰਿਤਯੂ ਹੋ ਗਈ। ਡਰਾਈਵਰ ਦੇ ਨਾਤੇ ਭਗਤ ਜੈਵੀਰ ਜੀ ਵੀ DSP ਦੇ ਨਾਲ ਉਹਨਾਂ ਦੇ ਘਰ ਗਏ। ਸਭ ਹਾਲਾਤ ਦਾ ਗਿਆਨ ਹੋਇਆ। ਵਾਪਸ ਆਉਣ ਉੱਤੇ ਇੱਕ ਦਿਨ ਜੈਵੀਰ ਜੀ ਨੇ DSP ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਆਪਣੇ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਹੋ, ਇਸ ਲਈ ਸੰਤ ਰਾਮਪਾਲ ਜੀ ਤੋਂ ਦੀਖਿਆ ਲੈ ਲਵੋ। ਪਹਿਲਾਂ ਤਾਂ ਨਹੀਂ ਮੰਨਿਆ, ਪਰੰਤੂ ਮੁਲਾਂਕਣ ਕਰਨ ਦੇ ਲਈ ਆਪਣੀ ਭੈਣ ਯਸ਼ਵੰਤੀ ਨੂੰ ਆਪਣੇ ਛੋਟੇ ਭਾਈ ਸੁਖਵੀਰ ਨਾਲ ਦੀਖਿਆ ਦਿਲਾਉਣ ਭੇਜਿਆ। ਇਹ ਦਾਸ ਯਾਨੀ ਰਾਮਪਾਲ ਦਾਸ ਸਿੰਚਾਈ ਵਿਭਾਗ ਵਿੱਚ ਜੂਨੀਅਰ ਇੰਜੀਨੀਅਰ ਯਾਨੀ JE ਦੇ ਪਦ ਉੱਪਰ ਕੰਮ ਕਰ ਰਿਹਾ ਸੀ। ਗੁਰੂ ਜੀ ਦੇ ਆਦੇਸ਼ ਨਾਲ ਦੀਖਿਆ ਦੇਣ ਲੱਗੇ ਅਤੇ ਪ੍ਰਚਾਰ ਕਰਨ ਲੱਗੇ। ਮਿਸ਼ਨ ਦੇ ਉਦੇਸ਼ ਨਾਲ ਪਰਿਚਿਤ ਹੋ ਕੇ ਜਨਹਿਤ ਅਤੇ ਜਗਹਿਤ ਵਿੱਚ ਸਨ 1995 ਵਿੱਚ ਨੌਕਰੀ ਤੋਂ ਤਿਆਗ ਪੱਤਰ ਦੇ ਕੇ ਪ੍ਰਚਾਰ ਪ੍ਰਸਾਰ ਵਿੱਚ ਲੱਗ ਗਿਆ ਸੀ। ਤਿਆਗ ਪੱਤਰ ਹਰਿਆਣਾ ਸਰਕਾਰ ਦੁਆਰਾ ਸਵੀਕ੍ਰਿਤ ਹੈ। ਪਿੰਡ ਪਿੰਡ ਵਿੱਚ ਸੰਤ ਗਰੀਬਦਾਸ ਜੀ ਮਹਾਰਾਜ ਦੀ ਬਾਣੀ ਦਾ ਅਖੰਡ ਪਾਠ ਕਰਦੇ ਸਨ। 3 ਦਿਨ ਇਹ ਅਨੁਸ਼ਠਾਨ ਚੱਲਦਾ ਸੀ। ਗਿਆਨ ਸਮਝ ਕੇ ਬੁਰਾਈ ਛਡਵਾ ਕੇ ਦੀਖਿਆ ਦਿੰਦਾ ਸੀ, ਜਿਸ ਕਾਰਨ ਉਪਦੇਸੀ ਨੂੰ ਹੈਰਾਨੀਜਨਕ ਲਾਭ ਹੁੰਦਾ ਸੀ। ਇਸ ਕਰਮ ਵਿੱਚ ਇੱਕ ਦਿਨ ਸਨ 1996 ਵਿੱਚ ਪਿੰਡ ਪੰਜਾਬ ਖੋੜ ਯਾਨੀ ਦਿੱਲੀ ਵਿੱਚ ਭਗਤ ਜਗਦੀਸ਼ ਜੀ ਦੇ ਘਰ ਪਾਠ ਚੱਲ ਰਿਹਾ ਸੀ। ਭਗਤ ਜਗਦੀਸ਼ ਵੀ ਅਵਲ ਦਰਜੇ ਦਾ ਸ਼ਰਾਬੀ ਉਤਪਾਤੀ ਸੀ, ਯਾਨੀ ਸ਼ਰਾਬ ਪੀ ਕੇ ਉਤਪਾਤ ਕਰਦਾ ਸੀ ਅਤੇ DTC ਦਿੱਲੀ ਵਿੱਚ ਨੌਕਰੀ ਕਰਦਾ ਹੈ। ਉਸ ਦੀ ਪਤਨੀ ਦੀ ਲਾਇਲਾਜ ਬਿਮਾਰੀ ਵੀ ਮੁਝ ਦਾਸ ਤੋਂ ਦੀਖਿਆ ਲੈਣ ਦੇ ਪਿੱਛੋਂ ਠੀਕ ਹੋ ਗਈ ਸੀ। ਕਰਦਾ ਪਰਮਾਤਮਾ ਹੈ। ਉਸ ਦੀ ਭਗਤੀ ਸ਼ਕਤੀ ਸੰਤ ਦੇ ਮਾਧਿਅਮ ਨਾਲ ਆਉਂਦੀ ਹੈ। ਜਿਵੇਂ ਤਾਰ ਦੁਆਰਾ ਬਿਜਲੀ ਆਉਂਦੀ ਹੈ, ਤਾਰ ਬਿਜਲੀ ਨਹੀਂ ਹੈ। ਇਸੇ ਪ੍ਰਕਾਰ ਸੰਤ ਪਰਮਾਤਮਾ ਭਲੇ ਹੀ ਨਹੀਂ ਹਨ, ਪਰੰਤੂ ਤਾਰ ਜ਼ਰੂਰ ਹੁੰਦਾ ਹੈ। ਉਸ ਸਮੇਂ ਭੈਣ ਯਸ਼ਵੰਤੀ ਦੀ ਜੀਭ ਕੰਮ ਕਰਨਾ ਬੰਦ ਕਰ ਗਈ ਸੀ। ਉਹ ਗੂੰਗੀ ਹੋ ਚੁੱਕੀ ਸੀ। ਸੁਖਵੀਰ ਜੀ ਆਪਣੀ ਭੈਣ ਨੂੰ ਨਾਲ ਲੈ ਕੇ ਸ਼ਾਮ ਦੇ ਸਮੇਂ ਭਗਤ ਜਗਦੀਸ਼ ਜੀ ਦੇ ਘਰ ਆ ਗਏ। ਮੈਨੂੰ ਸਭ ਸਮੱਸਿਆ ਦੱਸੀ। ਉਹ ਦੋਨੋਂ ਭਾਈ ਭੈਣ ਰਾਤ ਨੂੰ ਵਿੱਚ ਸਤਸੰਗ ਸੁਣ ਕੇ ਉੱਥੇ ਹੀ ਰੁਕ ਗਏ। ਭੈਣ ਯਸ਼ਵੰਤੀ ਨੂੰ ਨਾਮ ਦਿੱਤਾ, ਪ੍ਰਸ਼ਾਦ ਖਿਲਾਇਆ। ਸਵੇਰੇ ਉੱਠ ਕੇ ਉਹ ਆਪਣੇ ਭਾਈ ਨੂੰ ਬੋਲੀ, ਭਾਈ ਮੈਂ ਬੋਲਣ ਲੱਗ ਗਈ ਹਾਂ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤत्वदर्शी संत रामपाल जी महाराज द्वारा लिखित किताब जीने की राह दा पन्ना नंबर 83। मैं ठीक हो गई हाँ। ਇਹ ਚਮਤਕਾਰ ਦੇਖ ਕੇ ਦੋਨੋਂ ਭਾਈ ਭੈਣ ਉਪਸਥਿਤ ਵਿਅਕਤੀਆਂ ਯਾਨੀ ਜੋ ਸਤਸੰਗ ਸੁਣਨ ਅਤੇ ਭੋਗ ਲੱਗਣ ਦੇ ਸਮੇਂ ਪਹੁੰਚੇ ਸਨ, ਉਹਨਾਂ ਨੂੰ ਦੱਸ ਰਹੇ ਸਨ ਕਿ ਕਮਾਲ ਹੋ ਗਿਆ। ਉਸ ਦੇ ਪਿੱਛੋਂ DSP ਸਾਹਿਬ ਨੇ ਤੇ ਸਾਰੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਦੀਖਿਆ ਲੈ ਲਈ। ਅੱਜ ਸਭ ਕੁਸ਼ਲ ਹਨ, ਭਗਤੀ ਕਰ ਰਹੇ ਹਨ।
ਭਗਤ ਸੁਰੇਸ਼ ਅਵਲ ਦਰਜੇ ਦਾ ਸ਼ਰਾਬੀ ਸੀ। ਆਪਣੀ ਪਤਨੀ ਨੂੰ ਠੀਕ ਹੋਇਆ ਦੇਖ ਕੇ ਸਤਸੰਗ ਵਿੱਚ ਆਉਣ ਲੱਗਾ। ਸ਼ਰਾਬ ਤੇ ਸਾਰਾ ਨਸ਼ਾ ਤਿਆਗ ਕੇ ਨਾਮ ਲੈ ਕੇ ਸੁਧਰ ਗਿਆ। ਉਸ ਸਮੇਂ ਤੱਕ ਕੋਈ ਆਸ਼ਰਮ ਨਹੀਂ ਬਣਾਇਆ ਸੀ। ਪਿੰਡ-ਪਿੰਡ ਵਿੱਚ ਪ੍ਰਚਾਰ ਕੀਤਾ ਜਾਂਦਾ ਸੀ। ਹੁਣ ਭੈਣ ਯਸ਼ਵੰਤੀ ਦੇ ਪਰਿਵਾਰ ਦੀ ਪੂਰੇ ਡੀਗਲ ਪਿੰਡ ਵਿੱਚ ਮਿਸਾਲ ਹੈ। ਸੁਰੇਸ਼ ਚੌਧਰੀ ਭਗਤ ਬਣ ਗਿਆ। ਸਭ ਬੁਰਾਈਆਂ ਤਿਆਗ ਦਿੱਤੀਆਂ। ਦੋਨੋਂ ਲੜਕੇ ਦਿੱਲੀ ਪੁਲਿਸ ਵਿੱਚ ਇੱਕ ਹੀ ਦਿਨ ਸਿਪਾਹੀ ਭਰਤੀ ਹੋ ਗਏ। ਲੋਕਾਂ ਨੂੰ ਲੱਗਿਆ ਹੋਵੇਗਾ ਕਿ ਪੈਸੇ ਲੈ ਦੇ ਕੇ ਭਰਤੀ ਕਰਾਏ ਹੋਣਗੇ, ਪਰੰਤੂ ਸੱਚ ਇਹ ਹੈ ਕਿ ਇੱਕ ਪੈਸਾ ਵੀ ਕਿਸੇ ਨੂੰ ਨਹੀਂ ਦਿੱਤਾ। ਆਪ ਖੁਦ ਜਾਂਚ ਕਰ ਸਕਦੇ ਹੋ। ਦੋਨੋਂ ਲੜਕਿਆਂ ਦੇ ਵਿਆਹ ਵਿੱਚ 1 ਰੁਪਇਆ ਤੋਂ ਜ਼ਿਆਦਾ ਕੁਝ ਨਹੀਂ ਲਿਆ। ਇਹ ਵੀ ਜਾਂਚ ਦਾ ਵਿਸ਼ਾ ਹੈ। ਐਸੇ ਅਨੇਕਾਂ ਉਦਾਹਰਣ ਹਨ। ਇਹ ਕਹਾਣੀ ਦੱਸਣ ਦਾ ਮੇਰਾ ਉਦੇਸ਼ ਇਹ ਹੈ ਕਿ ਜਿਵੇਂ ਕਿ ਗੀਤਾ ਅਧਿਆਇ 16 ਸ਼ਲੋਕ 23 ਅਤੇ 24 ਵਿੱਚ ਕਿਹਾ ਹੈ ਕਿ ਸ਼ਾਸਤਰ ਵਿਧੀ ਤਿਆਗ ਮਨਮੁਖੀ ਆਚਰਣ ਕਰਨ ਵਾਲੇ ਨੂੰ ਕੋਈ ਲਾਭ ਪਰਮਾਤਮਾ ਤੋਂ ਨਹੀਂ ਮਿਲਦਾ। ਸ਼ਾਸਤਰਾਂ ਅਨੁਸਾਰ ਭਗਤੀ ਕਰਨ ਨਾਲ ਪਰਮਾਤਮਾ ਦੀ ਸ਼ਕਤੀ ਤੋਂ ਸਾਰੇ ਅਸੰਭਵ ਕੰਮ ਵੀ ਸਿੱਧ ਹੋ ਜਾਂਦੇ ਹਨ। ਮੋਕਸ਼ ਵੀ ਮਿਲਦਾ ਹੈ। ਰਿਗਵੇਦ ਮੰਡਲ 10 ਸੁਕਤ 161 ਮੰਤਰ 2 ਵਿੱਚ ਵੀ ਪ੍ਰਮਾਣ ਹੈ ਕਿ ਪਰਮਾਤਮਾ ਦੀ ਭਗਤੀ ਕਰਨ ਵਾਲੇ ਦਾ ਅਸਾਧ ਰੋਗ ਵੀ ਨਸ਼ਟ ਹੋ ਜਾਂਦਾ ਹੈ। ਜੇਕਰ ਰੋਗੀ ਮੌਤ ਦੇ ਨਿਕਟ ਵੀ ਪਹੁੰਚ ਗਿਆ ਹੋਵੇ ਤਾਂ ਸਤ ਭਗਤੀ ਕਰਨ ਵਾਲੇ ਨੂੰ ਸਵਸਥ ਕਰਕੇ ਪਰਮਾਤਮਾ 100% ਉਮਰ ਪ੍ਰਦਾਨ ਕਰ ਦਿੰਦਾ ਹੈ। ਯਾਨੀ ਭਗਤ ਪੂਰੀ ਉਮਰ ਜੀਵਤ ਰਹਿੰਦਾ ਹੈ। ਜਿਵੇਂ ਪਹਿਲਾਂ ਬਿਜਲੀ ਦਾ ਵਿਸਤਾਰ ਨਹੀਂ ਹੋਇਆ ਸੀ ਤਾਂ ਆਟਾ ਹੱਥ ਨਾਲ ਚੱਲਣ ਵਾਲੀ ਚੱਕੀ ਨਾਲ ਮਾਤਾ ਭੈਣਾਂ ਪੀਸਿਆ ਕਰਦੀਆਂ ਸਨ। ਪੁਰਸ਼ ਹੱਥ ਨਾਲ ਫਰਸੇ ਯਾਨੀ ਦਰਾਤ ਨਾਲ ਪਸ਼ੂਆਂ ਦਾ ਚਾਰਾ ਯਾਨੀ ਛਾਨੀ ਕੱਟਿਆ ਕਰਦੇ ਸਨ। ਫਿਰ ਹੱਥ ਨਾਲ ਚੱਲਣ ਵਾਲੀ ਮਸ਼ੀਨ ਯਾਨੀ ਗੰਡਾਸੇ ਦਾ ਅਵਿਸ਼ਕਾਰ ਹੋਇਆ। ਉਹ ਵੀ ਕਠਿਨ ਕੰਮ ਸੀ। ਵਰਤਮਾਨ ਵਿੱਚ ਬਿਜਲੀ ਦੀ ਸ਼ਕਤੀ ਨਾਲ ਆਟਾ ਚੱਕੀ ਚੱਲਦੀ ਹੈ। ਗੰਡਾਸੇ ਛਾਨੀ ਕੱਟਣ ਦੀਆਂ ਮਸ਼ੀਨਾਂ ਚਲਾਉਂਦੇ ਹਨ। ਅਸੰਭਵ ਕੰਮ ਹੋ ਰਿਹਾ ਹੈ। ਜਲਦੀ ਤੇ ਸੁਗਮ ਹੋ ਰਿਹਾ ਹੈ। ਬਿਜਲੀ ਦਾ ਵਿਧੀਵਤ ਕੁਨੈਕਸ਼ਨ ਲੈਣਾ ਹੁੰਦਾ ਹੈ। ਬਿਜਲੀ ਦੀ ਮਰਿਆਦਾ ਦਾ ਪਾਲਣ ਕਰਨਾ ਹੁੰਦਾ ਹੈ, ਨਹੀਂ ਤਾਂ ਸੁਖਮਈ ਬਿਜਲੀ ਵਿਨਾਸ਼ ਕਾਰਨ ਬਣ ਜਾਂਦੀ ਹੈ। ਇਸ ਪ੍ਰਕਾਰ ਪਰਮਾਤਮਾ ਦਾ ਕੁਨੈਕਸ਼ਨ ਲੈਣਾ ਪੈਂਦਾ ਹੈ ਅਤੇ ਪਰਮਾਤਮਾ ਦੀ ਮਰਿਆਦਾ ਦਾ ਪਾਲਣ ਕਰਨਾ ਹੁੰਦਾ ਹੈ। ਫਿਰ ਸਭ ਸੁੱਖ ਤੇ ਮੋਕਸ਼ ਪਰਮਾਤਮਾ ਦਿੰਦਾ ਹੈ। ਮਰਿਆਦਾ ਭੰਗ ਹੋਣ ਨਾਲ ਪਰਮਾਤਮਾ ਦੀ ਸ਼ਕਤੀ ਆਉਣੀ ਬੰਦ ਹੋ ਜਾਂਦੀ ਹੈ। ਸਭ ਸੁਵਿਧਾਵਾਂ ਮਿਲਣੀਆਂ ਬੰਦ ਹੋ ਜਾਂਦੀਆਂ ਹਨ। ਡੀਗਲ ਪਿੰਡ ਦੇ ਵਿਅਕਤੀ ਉਹਨਾਂ ਝੂਠੇ ਆਚਾਰੀਆਂ ਦੀਆਂ ਗੱਲਾਂ ਨੂੰ ਸੱਚ ਮੰਨ ਕੇ ਕਰੌਂਥਾ ਆਸ਼ਰਮ ਵਿੱਚ ਜਾਣ ਵਾਲੇ ਆਪਣੇ ਪਿੰਡ ਵਾਲਿਆਂ ਨੂੰ ਰੋਕਦੇ ਸਨ। ਤਾਂ ਭਗਤ ਸੁਰੇਸ਼ ਜੀ ਤੇ ਭੈਣ ਯਸ਼ਵੰਤੀ ਜੀ ਹੱਥ ਜੋੜ ਕੇ ਪਿੰਡ ਦੇ ਉਹਨਾਂ ਵਿਅਕਤੀਆਂ ਤੋਂ ਕਹਿੰਦੇ ਸਨ ਕਿ ਗਾਮ ਰਾਮ ਮਾਰੋ ਚਾਹੇ ਛੱਡੋ, ਅਸੀਂ ਆਸ਼ਰਮ ਵਿੱਚ ਜਾਣਾ ਬੰਦ ਨਹੀਂ ਕਰਾਂਗੇ। ਸਾਡਾ ਤਾਂ ਘਰ ਉੱਥੋਂ ਹੀ ਵਸਿਆ ਹੈ, ਨਹੀਂ ਤਾਂ ਅਸੀਂ ਅੱਜ ਉੱਜੜ ਗਏ ਹੁੰਦੇ। ਪਰਮਾਤਮਾ ਨੇ ਉਹਨਾਂ ਦੀ ਸੱਚੀ ਭਗਤੀ ਦਾ ਫਲ ਵੀ ਐਸਾ ਹੀ ਦੇ ਰੱਖਿਆ ਹੈ। ਭਗਤ ਸੁਰੇਸ਼ ਦਾ ਮੋਬਾਈਲ ਨੰਬਰ 9034029495 ਹੈ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 84। सत्संग ना सुनन नाल सर्वनाश होया, कबीर राम नाम कड़वा लागै मीठे लागै दाम, दुविधा में दोनों गए माया मिली ना राम। शब्द अर्थ सत्संग ना सुनन वाले मानव यानी इस्त्री जा पुरुष नूं परमात्मा दे विधान दा ज्ञान नहीं हुंदा, जिस कारण उसनूं परमात्मा दे विषय विच चर्चा भी चंगी नहीं लगदी। धन इकट्ठा करना चंगा लगदा है, जिस कारण उसनूं दोवां तो हथ धोना पैंदा है। यानी उसनूं ना तां परमात्मा मिलदा है अते मौत तो बाद धन भी इत्थे ही रह गया। उस दे दोवे ही हथों निकल गए। पंजाब प्रांत विच मेरे यानी रामपाल दास दे पूजनीय गुरुदेव जी दा आश्रम तलवंडी भाई की नामक कस्बे विच है। ਉਹਨਾਂ ਦੇ ਸਤਲੋਕ ਚਲੇ ਜਾਣ ਦੇ ਬਾਅਦ ਉਹਨਾਂ ਦਾ ਦਾਸ ਯਾਨੀ ਰਾਮਪਾਲ ਦਾਸ ਮਹੀਨੇ ਦੇ ਦੂਸਰੇ ਐਤਵਾਰ ਨੂੰ ਸਤਸੰਗ ਕਰਨ ਜਾਂਦਾ ਸੀ। ਮੇਰੇ ਗੁਰੂਦੇਵ ਜੀ ਦੇ ਕੁਝ ਸ਼ਿਸ਼ ਤਲਵੰਡੀ ਭਾਈ ਕੀ ਕਸਬੇ ਦੇ ਸੇਠ ਵੀ ਹਨ। ਉਹਨਾਂ ਦਾ ਰਿਸ਼ਤੇਦਾਰ ਸ਼ੁੱਕਰਵਾਰ ਨੂੰ ਇੱਕ ਬਿਰਧ ਦੀ ਮੌਤ ਤੇ ਸ਼ੋਕ ਪ੍ਰਗਟ ਕਰਨ ਸਹਿ ਪਰਿਵਾਰ ਆਇਆ ਸੀ। ਉਹ ਸ਼ਨੀਵਾਰ 2 ਵਜੇ ਬਾਅਦ ਦੁਪਹਿਰ ਨੂੰ ਆਪਣੇ ਘਰ ਚੰਡੀਗੜ੍ਹ ਜਾਣ ਲੱਗਾ ਤਾਂ ਸਤਸੰਗੀ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਕਿਹਾ ਕਿ ਅੱਜ ਹੋਰ ਰੁਕ ਜਾਓ, ਕੱਲ ਸਵੇਰੇ 8 ਤੋਂ 10 ਵਜੇ ਸਤਸੰਗ ਹੋਏਗਾ, ਆਪ ਸਤਸੰਗ ਸੁਣ ਕੇ ਪ੍ਰਸਾਦ ਲੈ ਕੇ ਜਾਣਾ। ਰਿਸ਼ਤੇਦਾਰ ਨੇ ਕਿਹਾ ਕਿ ਕੱਲ ਐਤਵਾਰ ਨੂੰ ਇੱਕ ਪਾਰਟੀ ਆਏਗੀ, 2 ਵਜੇ ਉਸ ਨਾਲ ਮੇਰਾ ਸੰਬੰਧ ਹੋਣਾ ਹੈ, ਜਿਸ ਵਿੱਚ ਮੈਨੂੰ 5 ਲੱਖ ਦਾ ਲਾਭ ਹੋਏਗਾ। ਇਹ ਘਟਨਾ ਸੰਨ 1998 ਦੀ ਹੈ। ਸਤਸੰਗੀਆਂ ਨੇ ਆਗ੍ਰਹ ਕੀਤਾ ਕਿ ਆਪ ਐਤਵਾਰ ਨੂੰ 11 ਵਜੇ ਸਵੇਰੇ ਚੱਲੋਗੇ ਤਾਂ ਵੀ ਆਪ ਸਮੇਂ ਤੇ ਪਹੁੰਚ ਸਕਦੇ ਹੋ, ਫੋਨ ਕਰਕੇ ਉਹਨਾਂ ਨੂੰ ਸੂਚਿਤ ਕਰ ਦਿਆਂਗੇ।
ਕਿ ਉਹ ਕੁਝ ਦੇਰ ਨਾਲ ਆ ਜਾਣਗੇ, ਪਰੰਤੂ ਉਹ ਨਹੀਂ ਮੰਨਿਆ। ਉਸ ਦੇ ਪਰਿਵਾਰ ਵਿੱਚ ਕੁੱਲ 4 ਮੈਂਬਰ ਸਨ। ਪਤਨੀ ਤੇ ਬੇਟਾ-ਬੇਟੀ ਚਾਰੋਂ ਆਪਣੀ ਮਾਰੂਤੀ ਕਾਰ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਦੇ ਲਈ ਸ਼ਨੀਵਾਰ ਨੂੰ ਰਵਾਨਾ ਹੋ ਗਏ। ਚੰਡੀਗੜ੍ਹ ਤੋਂ ਕੁਝ ਪਹਿਲਾਂ ਅੰਬਾਲਾ ਸ਼ਹਿਰ ਦੇ ਕੋਲ ਇੱਕ ਬਜਰੀ ਦਾ ਭਰਿਆ ਟਰੱਕ ਖਰਾਬ ਹਾਲਤ ਵਿੱਚ ਖੜ੍ਹਾ ਸੀ। ਉਸ ਦੇ ਪਿਛਲੇ ਪਹੀਏ ਕੱਢ ਰੱਖੇ ਸੀ, ਜੈਕ ਲਗਾ ਰੱਖਿਆ ਸੀ। ਮਾਇਆ ਦੇ ਲੋਭੀ ਨੂੰ ਕੇਵਲ 5 ਲੱਖ ਦਾ ਲਾਭ ਹੀ ਨਜ਼ਰ ਆ ਰਿਹਾ ਸੀ। ਕਾਰ ਤੇਜ਼ ਗਤੀ ਨਾਲ ਚਲਾ ਰਿਹਾ ਸੀ। ਕਾਰ ਉਸ ਬਜਰੀ ਦੇ ਭਰੇ ਹੋਏ ਟਰੱਕ ਦੇ ਨੀਚੇ ਘੁਸ ਗਈ। ਜੈਕ ਹਟ ਗਿਆ। ਪੂਰਾ ਪਰਿਵਾਰ ਕੁਚਲਿਆ ਗਿਆ। ਬਹੁਤ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਜੇਕਰ ਸਤਸੰਗ ਦੇ ਲਈ ਰੁਕ ਜਾਂਦਾ ਤਾਂ ਇਹ ਨਾਸ਼ ਨਹੀਂ ਹੁੰਦਾ। ਮਾਇਆ ਦੇ ਬਿਨਾਂ ਤਾਂ ਕੰਮ ਚੱਲ ਜਾਂਦਾ, ਪਰੰਤੂ ਕਾਇਆ ਦੇ ਬਿਨਾਂ ਨਹੀਂ ਚੱਲਦਾ। ਕਿਉਂਕਿ ਸਰੀਰ ਹੈ ਤਾਂ ਪਰਮਾਤਮਾ ਦੀ ਭਗਤੀ ਕਰਕੇ ਆਤਮ ਕਲਿਆਣ ਕਰਾਇਆ ਜਾ ਸਕਦਾ ਹੈ। ਪਰਮੇਸ਼ਵਰ ਕਬੀਰ ਜੀ ਨੇ ਸਤਰਕ ਕੀਤਾ ਹੈ ਕਿ ਕਬੀਰ ਸਤਨਾਮ ਕੜਵਾ ਲਾਗੇ, ਮੀਠੇ ਲਾਗੇ ਦਾਮ, ਦੁਵਿਧਾ ਮੇਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਸ਼ਬਦ ਅਰਥ ਸਤਸੰਗ ਨਾ ਸੁਣਨ ਵਾਲੇ ਮਾਨਵ ਯਾਨੀ ਇਸਤਰੀ ਜਾਂ ਪੁਰਸ਼ ਨੂੰ ਪਰਮਾਤਮਾ ਦੇ ਵਿਧਾਨ ਦਾ ਗਿਆਨ ਨਹੀਂ ਹੁੰਦਾ, ਜਿਸ ਕਾਰਨ ਉਸ ਨੂੰ ਪਰਮਾਤਮਾ ਦੇ ਵਿਸ਼ੇ ਵਿੱਚ ਚਰਚਾ ਵੀ ਚੰਗੀ ਨਹੀਂ ਲੱਗਦੀ। ਧਨ ਇਕੱਠਾ ਕਰਨਾ ਚੰਗਾ ਲੱਗਦਾ ਹੈ, ਜਿਸ ਕਾਰਨ ਉਸ ਨੂੰ ਦੋਨਾਂ ਤੋਂ ਹੱਥ ਧੋਣਾ ਪੈਂਦਾ ਹੈ। ਯਾਨੀ ਉਸ ਨੂੰ ਨਾ ਤਾਂ ਪਰਮਾਤਮਾ ਮਿਲਦਾ ਹੈ ਅਤੇ ਮੌਤ ਤੋਂ ਬਾਅਦ ਧਨ ਵੀ ਇੱਥੇ ਹੀ ਰਹਿ ਗਿਆ, ਉਸ ਦੇ ਦੋਨੇ ਹੀ ਹੱਥੋਂ ਨਿਕਲ ਗਏ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 85। इस लई हे भाई भैणो, सत्संग दी वल रुचि बनाओ, आत्म कल्याण कराओ अते जीवन दी राह नूं आसान बनाओ। सत्संग विच जाण नाल वड्डी विपता टल जांदी है। कबीर संत शरण में आने से आई टले बला, जय पागई में सूली हो कांटे में टल जाए। भाव अर्थ ਸਮਰੱਥ ਕਬੀਰ ਪਰਮੇਸ਼ਵਰ ਦੇ ਕਿਰਪਾ ਪਾਤਰ ਸੱਚੇ ਗੁਰੂ ਯਾਨੀ ਸਤਿਗੁਰੂ ਤੋਂ ਦੀਖਿਆ ਲੈਣ ਵਾਲੇ ਭਗਤ ਜਾਂ ਭਗਤ ਮਤੀ ਦੀ ਪਰਮਾਤਮਾ ਰੱਖਿਆ ਕਰਦਾ ਹੈ। ਜੇਕਰ ਪੂਰਵ ਜਨਮ ਦੇ ਪਾਪ ਦੇ ਕਾਰਨ ਸਾਧਕ ਨੂੰ ਮੌਤ ਦੀ ਸਜ਼ਾ ਸੂਲੀ ਯੰਤਰ ਦੇ ਦੁਆਰਾ ਮਿਲਣੀ ਪਾਗਾ ਵਿੱਚ ਲਿਖੀ ਹੋਵੇ, ਜੋ ਜ਼ਿਆਦਾਤਰ ਪੀੜਾਦਾਇਕ ਹੁੰਦੀ ਹੈ, ਤਾਂ ਪਰਮਾਤਮਾ ਉਸ ਸਾਧਕ ਦੇ ਉਸ ਮ੍ਰਿਤਯੂ ਦੰਡ ਨੂੰ ਸਮਾਪਤ ਕਰਕੇ ਕੁਝ ਛੋਟਾ-ਮੋਟਾ ਦੰਡ ਜਿਵੇਂ ਪੈਰ ਵਿੱਚ ਕੰਡਾ ਲੱਗਾ ਕੇ ਟਾਲ ਦਿੰਦਾ ਹੈ। ਭਿਆਨਕ ਦੰਡ ਨੂੰ ਨਾਮ ਮਾਤਰ ਦੇ ਦੰਡ ਵਿੱਚ ਬਦਲ ਦਿੰਦਾ ਹੈ, ਜੋ ਬਹੁਤ ਵੱਡੀ ਬਲਾ ਯਾਨੀ ਪਰੇਸ਼ਾਨੀ ਸੀ। ਇੱਕ ਪਿੰਡ ਵਿੱਚ ਸੰਤ ਦਾ ਆਸ਼ਰਮ ਸੀ, ਜੋ ਪਿੰਡ ਤੋਂ ਲਗਭਗ 2 ਕਿਲੋਮੀਟਰ ਦੂਰ ਬਣਿਆ ਸੀ। ਉਸ ਪਿੰਡ ਦੇ ਕਈ ਪਰਿਵਾਰ ਸੰਤ ਜੀ ਦੇ ਸ਼ਿਸ਼ ਸਨ। ਸੰਤ ਜੀ ਸਾਲ ਵਿੱਚ ਕੇਵਲ 2 ਵਾਰ ਉਸ ਆਸ਼ਰਮ ਵਿੱਚ ਆਉਂਦੇ ਸਨ। ਉਸ ਦੇ ਨਾਲ ਕੁਝ ਸ਼ਿਸ਼ ਵੀ ਆਉਂਦੇ ਸਨ। ਉਹ ਸੰਤ ਆਪਣੀ ਮੰਡਲੀ ਦੇ ਨਾਲ ਹਰੇਕ ਵਾਰ 2 ਮਹੀਨੇ ਉਸ ਆਸ਼ਰਮ ਵਿੱਚ ਰਹਿੰਦਾ, ਫਿਰ ਹੋਰ ਆਸ਼ਰਮਾਂ ਵਿੱਚ ਚਲਾ ਜਾਂਦਾ ਸੀ। ਸੰਤ ਜੀ ਆਪਣੇ ਕਾਰਜਕ੍ਰਮ ਦੇ ਅਨੁਸਾਰ 2 ਮਹੀਨੇ ਦੇ ਲਈ ਆਇਆ ਹੋਇਆ ਸੀ। ਉਸ ਪਿੰਡ ਦੇ ਭਗਤਾਂ ਦੇ ਭੋਜਨ ਦੀ ਵਿਵਸਥਾ ਆਪਣੇ ਘਰਾਂ ਵਿੱਚ ਕਰ ਰੱਖੀ ਸੀ। ਇੱਕ ਪਰਿਵਾਰ ਇੱਕ ਦਿਨ ਦਾ ਭੋਜਨ ਆਸ਼ਰਮ ਵਾਲਿਆਂ ਨੂੰ ਘਰ ਬਣਾ ਕੇ ਲੈ ਕੇ ਖਿਵਾਉਂਦਾ ਸੀ। ਹਰੇਕ ਭਗਤ ਦੀ ਇੱਛਾ ਸੀ ਕਿ ਆਪਣੇ ਗੁਰੂ ਜੀ ਨੂੰ ਉੱਤਮ ਭੋਜਨ, ਖੋਰ ਤੇ ਸਬਜ਼ੀ ਰੋਟੀ ਖਿਵਾਈਏ। ਇੱਕ ਪਰਿਵਾਰ ਦਾ ਭੋਜਨ ਦਾ ਦਿਨ ਸੀ। ਉਸ ਦਿਨ ਦੁੱਧ ਖਰਾਬ ਹੋ ਗਿਆ। ਉਸ ਮਾਈ ਦਾ ਨਾਮ ਕਸਤੂਰੀ ਸੀ। ਉਸ ਦੇ ਗੁਆਂਢ ਵਿੱਚ ਇੱਕ ਪਰਿਵਾਰ ਸੀ, ਜਿਸ ਵਿੱਚ ਕੇਵਲ 2 ਮਾਂ ਬੇਟਾ ਸੀ। ਕਾਰਨ ਇਹ ਸੀ ਕਿ ਉਸ ਭੈਣ ਰਾਮੋ ਦੇ ਪਤੀ ਦੀ ਮ੍ਰਿਤਯੂ ਉਸ ਸਮੇਂ ਹੋ ਗਈ ਜਦ ਲੜਕਾ 2 ਸਾਲ ਦਾ ਸੀ। ਉਸ ਭੈਣ ਨੇ ਇੱਕ ਘਟਨਾ ਦੇਖੀ ਸੀ ਕਿ ਉਸ ਦੇ ਪਰਿਵਾਰ ਵਿੱਚ ਦੂਸਰੇ ਦਾਦਾ ਸਸੂਰ ਦੀ ਸੰਤਾਨ ਵਿੱਚ ਇੱਕ ਬਹੂ ਵਿਧਵਾ ਹੋ ਗਈ ਸੀ। ਇੱਕ ਪੁੱਤਰ 3 ਸਾਲ ਦਾ ਸੀ। ਉਸਨੇ ਆਪਣੇ ਦੇਵਰ ਨਾਲ ਸ਼ਾਦੀ ਕਰ ਲਈ। ਦੇਵਰ ਵੀ ਸ਼ਾਦੀशुदा ਯਾਨੀ ਮੈਰਿਡ ਸੀ। ਦੇਵਰ ਤੋਂ ਵੀ ਉਸਨੂੰ ਇੱਕ ਪੁੱਤਰ ਪ੍ਰਾਪਤ ਹੋ ਗਿਆ। ਦੇਵਰ ਦੇਵਰਾਣੀ ਉਸ ਨਾਲ ਮਜ਼ਦੂਰ ਦੇ ਸਮਾਨ ਵਰਤਾਓ ਕਰਦੇ ਸਨ। ਰੂਖਾ ਸੂਖਾ ਝੂਠਾ ਟੁਕੜਾ ਪਹਿਲਾਂ ਬੇਟੇ ਤੇ ਮਾਤਾ ਨੂੰ ਦਿੰਦੇ ਸਨ, ਜਿਸ ਕਾਰਨ ਕਰਕੇ ਲੜਕੇ ਨੂੰ ਵੱਡੇ ਹੋਣ ਉੱਤੇ ਆਤਮ ਹੱਤਿਆ ਕਰਨੀ ਪਈ। ਉਹ ਵੀ ਪਾਗਲ ਹੋ ਕੇ ਕਿਤੇ ਚਲੀ ਗਈ। ਸਭ ਦੇਵਰ ਜੇਠ ਬੁਰੇ ਨਹੀਂ ਹੁੰਦੇ। ਇਸ ਘਟਨਾ ਨੂੰ ਯਾਦ ਕਰਕੇ ਉਸ ਰਾਮੋ ਭੈਣ ਨੇ ਜੇਠ ਦੇਵਰ ਨਾਲ ਵਿਆਹ ਨਹੀਂ ਕੀਤਾ, ਯਾਨੀ ਚੱਦਰ ਪਾਣਾ ਨਹੀਂ ਕੀਤਾ। ਆਪਣੇ ਬੇਟੇ ਕਰਮਪਾਲ ਨੂੰ ਪਾਲਿਆ ਪੋਸਿਆ, ਮਿਹਨਤ ਮਜ਼ਦੂਰੀ ਕੀਤੀ। ਕੁਝ ਜ਼ਮੀਨ ਵੀ ਸੀ, ਉਸੇ ਵਿੱਚ ਮਿਹਨਤ ਕਰਕੇ ਗਾਂ ਮੱਝ ਨੂੰ ਪਾਲਦੀ ਸੀ। ਆਪਣੇ ਬੇਟੇ ਨੂੰ ਅੱਛਾ ਘਿਓ ਦੁੱਧ ਪਿਲਾਉਂਦੀ ਖਿਵਾਉਂਦੀ ਸੀ। ਵਿਚਾਰ ਕਰਦੀ ਸੀ ਕਿ ਬੇਟਾ ਜਲਦੀ ਜਵਾਨ ਹੋ ਜਾਏਗਾ, ਇਸ ਦਾ ਵਿਆਹ ਕਰੂੰਗੀ, ਇਹ ਆਪਣੇ ਕੰਮ ਨੂੰ ਸੰਭਾਲ ਲਵੇਗਾ, ਮੈਂ ਸੁੱਖ ਦਾ ਜੀਵਨ ਜਿਉਂਗੀ। ਪਰੰਤੂ ਸਤਸੰਗ ਬਿਨਾਂ ਗਿਆਨ ਨਹੀਂ, ਗਿਆਨ ਸਤਿਗੁਰੂ ਦਿੰਦਾ ਹੈ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 86।
ਭਗਤੀ ਬਿਨਾਂ ਜੀਵ ਸੁਖੀ ਨਹੀਂ ਹੋ ਸਕਦਾ, ਚਾਹੇ ਕਿੰਨਾ ਹੀ ਧੰਨੀ ਕਿਉਂ ਨਾ ਹੋ। ਸਿਰ ਉੱਤੇ ਪਿਤਾ ਦਾ ਛਾਇਆ ਨਹੀਂ ਸੀ, ਬੇਟਾ ਮਾਂ ਦੇ ਲਾਡ ਨਾਲ ਵਿਗੜਦਾ ਹੀ ਹੈ। ਮਾਂ ਦਾ ਸੁਭਾਅ ਆਪਣੀ ਸੰਤਾਨ ਨੂੰ ਸਾਰੇ ਸੁੱਖ ਦੇਣਾ ਹੁੰਦਾ ਹੈ। ਕਹਾਵਤ ਹੈ ਕਿ ਰਾਂਡ ਯਾਨੀ ਵਿਧਵਾ ਦਾ ਬੇਟਾ ਤੇ ਰੰਡੂਏ ਯਾਨੀ ਵਿਦੁਰ ਦੀ ਬੇਟੀ ਬਿਗੜਦੀ ਯਾਨੀ ਅਵਾਰਾ ਹੁੰਦੀ ਹੀ ਹੈ। ਕਾਰਨ ਪਿਤਾ ਕੰਮਵਸ਼ ਬੇਟੀ ਦੀ ਗਤੀਵਿਧੀ ਉੱਪਰ ਧਿਆਨ ਨਹੀਂ ਰੱਖ ਪਾਉਂਦਾ। ਮਾਂ ਬੇਟੇ ਦੀ ਗਤੀਵਿਧੀ ਉੱਪਰ ਧਿਆਨ ਨਹੀਂ ਦੇ ਪਾਉਂਦੀ। ਬੇਟੀ ਨੂੰ ਤਾਂ ਆਪਣੇ ਨਾਲ ਰੱਖਦੀ ਹੈ, ਜਿਸ ਕਾਰਨ ਕਰਮਪਾਲ ਨਸ਼ਾ ਕਰਨ ਲੱਗਾ। ਮਾਤਾ ਨਾਲ ਝਗੜਾ ਕਰਕੇ ਰੁਪਏ ਜਾਂ ਬਾਜਰਾ ਜੁਵਾਰ ਚਨਾ ਲੈ ਜਾਂਦਾ, ਉਸ ਨੂੰ ਵੇਚ ਕੇ ਨਸ਼ਾ ਕਰਦਾ ਸੀ। ਮਾਂ ਸਾਰਾ ਦਿਨ ਰੋਂਦੀ ਰਹਿੰਦੀ ਸੀ ਕਿ ਸੋਚਿਆ ਕੀ ਸੀ, ਇਹ ਕਿਹੜੀ ਕਰਮਗਤੀ, ਅੱਗੇ ਤੋਂ ਅੱਗੇ ਸਭ ਉਲਟਾ ਹੋ ਰਿਹਾ ਹੈ। ਜਿਸ ਚਿੰਤਾ ਦੇ ਕਾਰਨ ਦੁਬਲੀ ਪਤਲੀ ਹੋ ਗਈ ਸੀ। ਭਗਤ ਮਤੀ ਕਸਤੂਰੀ ਆਪਣੀ ਪੜੋਸਨ ਰਾਮੋ ਰਾਮਪਿਆਰੀ ਦੇ ਘਰ ਗਈ। ਪਹਿਲਾ ਕੁਸ਼ਲ ਮੰਗਲ ਦੀ ਉਪਚਾਰਕਿਤਾ ਕਰਦੇ ਹੋਏ ਪੁੱਛਿਆ ਕਿ ਬੇਟਾ ਕੀ ਕਰ ਰਿਹਾ ਹੈ, ਕਿਵੇਂ ਹੈ ਮਾਂ ਬੇਟਾ। ਇਹ ਗੱਲ ਸੁਣ ਕੇ ਭੈਣ ਰਾਮੋ ਰੋਣ ਲੱਗੀ ਅਤੇ ਬੋਲੀ, ਭੈਣ ਕਿਵੇਂ ਵੀ ਨਹੀਂ ਹੈ, ਲੜਕਾ ਵਿਗੜ ਗਿਆ ਹੈ। ਨਸ਼ਾ ਕਰਦਾ ਹੈ, ਕਹਿਣਾ ਨਹੀਂ ਮੰਨਦਾ ਹੈ, ਝਗੜਾ ਕਰਦਾ ਹੈ, ਗਾਲੀ ਗਲੋਚ ਉੱਤੇ ਉੱਤਰ ਆਉਂਦਾ ਹੈ। ਆਪ ਨੂੰ ਤਾਂ ਪਤਾ ਹੈ ਪਰਿਵਾਰ ਤੇ ਪਿੰਡ ਵਾਲਿਆਂ ਨੇ ਮੇਰੇ ਉੱਪਰ ਕਿੰਨਾ ਦਬਾਅ ਪਾਇਆ ਸੀ। ਜੇਠ ਦੀ ਚੱਦਰ ਪਾਣਾ ਯਾਨੀ ਪਤੀ ਦੇ ਵੱਡੇ ਭਾਈ ਨਾਲ ਫਿਰ ਵਿਆਹ ਕਰਨ ਦੇ ਲਈ। ਮੈਂ ਰਾਜਵੰਤੀ ਦੀ ਘਟਨਾ ਤੋਂ ਡਰ ਕੇ ਜੇਠ ਨਾਲ ਵਿਆਹ ਨਹੀਂ ਕੀਤਾ। ਆਪਣੇ ਬੇਟੇ ਨੂੰ ਸੁਖੀ ਦੇਖਣ ਦੇ ਲਈ ਅੱਜ ਇਸਨੇ ਉਸ ਤੋਂ ਵੀ ਅਧਿਕ ਦੁੱਖ ਦੇ ਦਿੱਤਾ। ਮਨ ਕਰਦਾ ਹੈ ਕਿ ਕਿਤੇ ਚਲੀ ਜਾਵਾਂ ਜਾਂ ਆਤਮ ਹੱਤਿਆ ਕਰ ਲਵਾਂ। ਭਗਤ ਮਤੀ ਕਸਤੂਰੀ ਨੇ ਕਿਹਾ ਕਿ ਭੈਣ ਗਲਤ ਗੱਲ ਨਹੀਂ ਸੋਚਿਆ ਕਰਦੇ, ਵੱਡਾ ਹੋ ਕੇ ਸੁਧਰ ਜਾਏਗਾ। ਆਪ ਮਰ ਗਈ ਤਾਂ ਤੈਨੂੰ ਪਤਾ ਹੈ ਚਾਚੇ ਤਾਊ ਸਾਰੀ ਜ਼ਮੀਨ ਹੜਪ ਲੈਣਗੇ, ਲੜਕੇ ਨੂੰ ਜ਼ਿਆਦਾ ਨਸ਼ਾ ਕਰਾ ਕੇ ਮਾਰ ਦੇਣਗੇ। ਐਸਾ ਵਿਚਾਰ ਨਾ ਕਰ, ਇੱਕ ਕੰਮ ਕਰ, ਮੇਰੇ ਨਾਲ ਸਤਸੰਗ ਵਿੱਚ ਚੱਲਿਆ ਕਰ। ਇੱਥੇ ਇਕੱਲੀ ਦੇ ਮਨ ਵਿੱਚ ਅਜਿਹੇ ਵਿਚਾਰ ਆਉਂਦੇ ਰਹਿਣਗੇ, ਸੁੱਕ ਕੇ ਕੰਡਾ ਹੋ ਗਈ ਹੋ। ਰਾਮੋ ਬੋਲੀ, ਨਾ ਭੈਣ ਨਾ, ਇੱਕ ਕੰਮ ਕਰੋ, ਮੈਨੂੰ ਤਾਂ ਨਗਰ ਦੇ ਲੋਕ ਉਂਝ ਹੀ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਆਪ ਦੇ ਸਿਰ ਉੱਪਰ ਤਾਂ ਧਨੀ ਯਾਨੀ ਪਤੀ ਹੈ। ਮੈਂ ਸਤਸੰਗ ਵਿੱਚ ਚਲੀ ਗਈ ਤਾਂ ਮੇਰਾ ਜਿਉਣਾ ਹਰਾਮ ਕਰ ਦੇਣਗੇ, ਮੈਨੂੰ ਮਰਨਾ ਹੀ ਪਵੇਗਾ। ਭੈਣ ਇੰਜ ਦੱਸ, ਅੱਜ ਸਵੇਰੇ ਸਵੇਰੇ ਕਿਵੇਂ ਆਉਣਾ ਹੋਇਆ? ਕਸਤੂਰੀ ਨੇ ਕਿਹਾ ਕਿ ਭੈਣ ਆਪ ਨੂੰ ਪਤਾ ਤੋ ਹੈ ਹੀ ਕਿ ਸਾਡੇ ਗੁਰੂ ਜੀ ਆਸ਼ਰਮ ਵਿੱਚ ਠਹਿਰੇ ਹੋਏ ਹਨ। ਅੱਜ ਭੋਜਨ ਕਰਾਉਣ ਦੀ ਵਾਰੀ ਮੇਰੀ ਹੈ। ਭੈਣ ਖੀਰ ਬਣਾਉਣੀ ਸੀ, ਦੁੱਧ ਖਰਾਬ ਹੋ ਗਿਆ, ਕੁਝ ਦੁੱਧ ਉਧਾਰਾ ਦੇ ਦੋ, ਕੱਲ ਵਾਪਿਸ ਦੇਵਾਂਗੀ। ਇਹ ਸੁਣ ਕੇ ਭੈਣ ਰਾਮੋ ਵਿੱਚ ਕਰੰਟ ਜਿਹਾ ਆਇਆ ਅਤੇ ਦੁੱਧ ਕੱਢ ਕੇ ਬਾਲਟੀ ਖੂੰਟੀ ਹੈਂਗਰ ਉੱਤੇ ਲਟਕਾ ਰੱਖਿਆ ਸੀ, ਉੱਠ ਕੇ ਸਾਰੇ ਦਾ ਸਾਰਾ ਦੁੱਧ ਕਸਤੂਰੀ ਦੀ ਬਾਲਟੀ ਵਿੱਚ ਪਾ ਦਿੱਤਾ। ਕਸਤੂਰੀ ਨੇ ਕਿਹਾ ਕਿ ਭੈਣ ਕੁਝ ਤਾਂ ਰੱਖ ਲੈ। ਰਾਮੋ ਬੋਲੀ, ਭੈਣ ਨਾ ਜਾਣੇ ਕਿਹੜੇ ਜਨਮ ਦਾ ਪੁੰਨ ਉਦੈ ਹੋਇਆ ਹੈ, ਮੇਰੇ ਨਿਰਭਾਗ ਦਾ ਦੁੱਧ ਪੁੰਨ ਵਿੱਚ ਲੱਗੇਗਾ। ਬਸ ਭੈਣ ਲੈ ਜਾ, ਸੰਤਾ ਭਗਤਾਂ ਨੂੰ ਭੋਜਨ ਕਰਾ। ਕਸਤੂਰੀ ਭੈਣ ਹੈਰਾਨ ਸੀ ਕਿ ਸਾਰੇ ਦਾ ਸਾਰਾ ਦੁੱਧ ਤਾਂ ਮੈਂ ਸਤਸੰਗੀ ਹੁੰਦੇ ਹੋਏ ਵੀ ਨਹੀਂ ਦੇ ਸਕਦੀ ਸੀ। ਕਿਲੋ 2 ਕਿਲੋ ਤਾਂ ਰੱਖਦੀ। ਭੈਣ ਰਾਮੋ ਨੂੰ ਤਾਂ ਸਤਸੰਗ ਦੀ ਪ੍ਰੇਰਣਾ ਦੀ ਜ਼ਰੂਰਤ ਹੈ। ਉਸ ਦਿਨ ਤਾਂ ਕਸਤੂਰੀ ਨੂੰ ਸਮੇਂ ਨਹੀਂ ਮਿਲਿਆ। ਅਗਲੇ ਦਿਨ ਦੇ 11 ਜਾਂ 12 ਵਜੇ ਰਾਮੋ ਦੇ ਘਰ ਗਈ। ਪਿੰਡ ਵਿੱਚ 12 ਤੋਂ 2 ਤੱਕ ਦਿਨ ਦਾ ਸਮੇਂ ਮਹਿਲਾਵਾਂ ਨੂੰ ਗੱਲਾਂ ਕਰਨ ਨੂੰ ਮਿਲ ਜਾਂਦਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 87। 2 ਘੰਟੇ ਤੱਕ ਸਤਸੰਗ ਦੀਆਂ ਗੱਲਾਂ ਜੋ ਗੁਰੂ ਜੀ ਤੋਂ ਸੁਣੀਆਂ ਸੀ ਸਾਰੀਆਂ ਦੱਸੀਆਂ, ਪਰੰਤੂ ਲੋਕਲਾਜ ਦੇ ਕਾਰਨ ਰਾਮੋ ਮੰਨਣ ਨੂੰ ਤਿਆਰ ਨਹੀਂ ਸੀ। ਭੈਣ ਕਸਤੂਰੀ ਨੇ ਦੱਸਿਆ ਕਿ ਇਹ ਭੈਣ ਆਪਨੇ ਮੀਰਾਬਾਈ ਦਾ ਨਾਮ ਸੁਣਿਆ ਹੈ। ਰਾਮੋ ਬੋਲੀ ਕਿ ਹਾਂ, ਕ੍ਰਿਸ਼ਨ ਜੀ ਦੀ ਭਗਤਨੀ ਸੀ। ਕਸਤੂਰੀ ਬੋਲੀ ਕਿ ਉਹ ਮੰਦਰ ਵਿੱਚ ਜਾਂਦੀ ਸੀ। ਠਾਕੁਰ ਪਰਿਵਾਰ ਵਿੱਚ ਜਨਮ ਸੀ, ਮਹਿਲਾਵਾਂ ਨੂੰ ਤਾਂ ਬਾਹਰ ਜਾਣ ਉੱਤੇ ਪਾਬੰਦੀ ਸੀ, ਪਰੰਤੂ ਮੀਰਾਬਾਈ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਫਿਰ ਉਸ ਦਾ ਵਿਆਹ ਰਾਜਾ ਨਾਲ ਹੋ ਗਿਆ। ਰਾਣਾ ਜੀ ਧਾਰਮਿਕ ਵਿਚਾਰ ਦੇ ਸੀ, ਉਸਨੇ ਮੀਰਾ ਨੂੰ ਮੰਦਰ ਵਿੱਚ ਜਾਣ ਤੋਂ ਨਹੀਂ ਰੋਕਿਆ, ਸਗੋਂ ਲੋਕ ਚਰਚਾ ਤੋਂ ਬਚਣ ਦੇ ਲਈ ਮੀਰਾ ਜੀ ਦੇ ਨਾਲ 3-4 ਮਹਿਲਾ ਨੌਕਰਾਣੀਆਂ ਭੇਜਣ ਲੱਗੇ, ਜਿਸ ਕਾਰਨ ਸਭ ਠੀਕ ਚੱਲਦਾ ਰਿਹਾ। ਕੁਝ ਸਾਲ ਪਿੱਛੋਂ ਮੀਰਾ ਜੀ ਦੇ ਪਤੀ ਦੀ ਮ੍ਰਿਤਯੂ ਹੋ ਗਈ। ਦੇਵਰ ਰਾਜਗੱਦੀ ਉੱਤੇ ਬੈਠ ਗਿਆ। ਉਸਨੇ ਕੁਲ ਦੇ ਲੋਕਾਂ ਦੇ ਕਹਿਣ ਤੇ ਮੀਰਾ ਨੂੰ ਮੰਦਰ ਵਿੱਚ ਜਾਣ ਤੋਂ ਮਨਾ ਕੀਤਾ, ਪਰੰਤੂ ਮੀਰਾਬਾਈ ਜੀ ਨਹੀਂ ਮੰਨੀ, ਜਿਸ ਕਾਰਨ ਨਾਲ ਰਾਜਾ ਨੇ ਮੀਰਾ ਨੂੰ ਮਾਰਨ ਦਾ ਛੜਯੰਤਰ ਰਚਿਆ। ਵਿਚਾਰ ਕੀਤਾ ਕਿ ਐਸੀ ਜੁਗਤੀ ਬਣਾਈ ਜਾਏ ਕਿ ਇਹ ਵੀ ਮਰ ਜਾਏ ਅਤੇ ਬਦਨਾਮੀ ਵੀ ਨਾ ਹੋਵੇ। ਰਾਜਾ ਨੇ ਵਿਚਾਰ ਕੀਤਾ ਕਿ ਇਸ ਨੂੰ ਕਿਵੇਂ ਮਾਰੀਏ। ਰਾਜਾ ਨੇ ਕਿਹਾ ਕਿ ਸਪੇਰੇ ਇੱਕ ਅਜਿਹਾ ਸੱਪ ਲਿਆ,
ਕਿ ਡੱਬੇ ਨੂੰ ਖੋਲ੍ਹਦੇ ਹੀ ਖੋਲ੍ਹਣ ਵਾਲੇ ਨੂੰ ਡੰਗ ਮਾਰੇ ਅਤੇ ਵਿਅਕਤੀ ਮਰ ਜਾਏ। ਅਜਿਹਾ ਹੀ ਕੀਤਾ ਗਿਆ। ਰਾਣਾ ਜੀ ਨੇ ਆਪਣੇ ਲੜਕੇ ਦਾ ਜਨਮ ਦਿਨ ਮਨਾਇਆ। ਉਸ ਵਿੱਚ ਰਿਸ਼ਤੇਦਾਰ ਤੇ ਹੋਰ ਸਤਿਕਾਰਯੋਗ ਵਿਅਕਤੀ ਆਮੰਤਰਿਤ ਕੀਤੇ। ਰਾਜਾ ਨੇ ਮੀਰਾ ਜੀ ਦੀ ਬਾਂਦੀ ਯਾਨੀ ਨੌਕਰਾਣੀ ਨੂੰ ਕਿਹਾ ਕਿ ਲੈ, ਇਹ ਬੇਹੱਦ ਕੀਮਤੀ ਹਾਰ ਹੈ। ਮੇਰੇ ਬੇਟੇ ਦਾ ਜਨਮ ਦਿਨ ਹੈ, ਦੂਰ ਦੂਰ ਤੋਂ ਰਿਸ਼ਤੇਦਾਰ ਆਏ ਹਨ। ਮੀਰਾ ਨੂੰ ਕਹੋ ਕਿ ਸੁੰਦਰ ਕੱਪੜੇ ਪਹਿਨ ਕੇ ਇਸ ਹਾਰ ਨੂੰ ਗਲੇ ਵਿੱਚ ਪਹਿਨ ਲਵੇ, ਨਹੀਂ ਤਾਂ ਰਿਸ਼ਤੇਦਾਰ ਕਹਿਣਗੇ ਕਿ ਆਪਣੀ ਭਾਬੀ ਜੀ ਨੂੰ ਚੰਗੀ ਤਰ੍ਹਾਂ ਨਹੀਂ ਰੱਖਦਾ। ਮੇਰੀ ਇੱਜ਼ਤ ਬੇਇੱਜ਼ਤੀ ਦਾ ਸਵਾਲ ਹੈ। ਬਾਂਦੀ ਨੇ ਉਸ ਆਭੂਸ਼ਣ ਦੇ ਡੱਬੇ ਨੂੰ ਮੀਰਾਬਾਈ ਨੂੰ ਦੇ ਦਿੱਤਾ ਅਤੇ ਰਾਜਾ ਦਾ ਆਦੇਸ਼ ਸੁਣਾ ਦਿੱਤਾ। ਉਸ ਆਭੂਸ਼ਣ ਵਾਲੇ ਡੱਬੇ ਵਿੱਚ ਜ਼ਹਿਰੀਲਾ ਕਾਲਾ ਸਫੇਦ ਰੰਗ ਦਾ ਸੱਪ ਸੀ। ਮੀਰਾ ਨੇ ਬਾਂਦੀ ਦੇ ਸਾਹਮਣੇ ਹੀ ਉਸ ਡੱਬੇ ਨੂੰ ਖੋਲ੍ਹਿਆ। ਉਸ ਵਿੱਚ ਹੀਰੇ ਮੋਤੀਆਂ ਦਾ ਬਣਿਆ ਹਾਰ ਸੀ। ਮੀਰਾਬਾਈ ਨੇ ਵਿਚਾਰ ਕੀਤਾ ਕਿ ਜੇਕਰ ਮੈਂ ਹਾਰ ਨਹੀਂ ਪਹਿਨੂੰਗੀ ਤਾਂ ਬੇਅਰਥ ਦਾ ਝਗੜਾ ਹੋਏਗਾ, ਮੇਰੇ ਲਈ ਤਾਂ ਇਹ ਮਿੱਟੀ ਹੈ। ਇਹ ਵਿਚਾਰ ਕਰਕੇ ਮੀਰਾ ਜੀ ਨੇ ਉਹ ਹਾਰ ਗਲੇ ਵਿੱਚ ਪਾ ਲਿਆ। ਰਾਜਾ ਦਾ ਉਦੇਸ਼ ਸੀ ਕਿ ਅੱਜ ਸੱਪ ਦੇ ਡੰਗ ਨਾਲ ਮੀਰਾ ਦੀ ਮ੍ਰਿਤਯੂ ਹੋ ਜਾਏਗੀ ਤਾਂ ਸਭ ਨੂੰ ਵਿਸ਼ਵਾਸ ਹੋ ਜਾਏਗਾ ਕਿ ਰਾਜਾ ਦਾ ਕੋਈ ਹੱਥ ਨਹੀਂ ਹੈ। ਸਾਡੇ ਸਾਹਮਣੇ ਸੱਪ ਡਸਣ ਨਾਲ ਮੀਰਾ ਦੀ ਮ੍ਰਿਤਯੂ ਹੋਈ ਹੈ। ਕੁਝ ਸਮੇਂ ਉਪਰੰਤ ਰਾਜਾ ਮੰਤਰੀਆਂ ਸਹਿਤ ਤੇ ਕੁਝ ਰਿਸ਼ਤੇਦਾਰਾਂ ਸਹਿਤ ਮੀਰਾ ਦੇ ਮਹਲ ਵਿੱਚ ਗਿਆ ਤਾਂ ਮੀਰਾਬਾਈ ਜੀ ਦੇ ਗਲੇ ਵਿੱਚ ਸੁੰਦਰ ਮਹਿੰਗਾ ਹਾਰ ਦੇਖ ਕੇ ਰਾਣਾ ਬੌਖਲਾ ਗਿਆ ਅਤੇ ਬੋਲਿਆ, ਬਦਚੱਲਣ, ਇਹ ਹਾਰ ਕਿਸ ਯਾਰ ਤੋਂ ਲੈ ਆਈ ਹੈ? ਮੀਰਾਬਾਈ ਜੀ ਦੀਆਂ ਅੱਖਾਂ ਵਿੱਚ ਹੰਝੂ ਸੀ। ਬੋਲੀ ਕਿ ਆਪਨੇ ਹੀ ਤਾਂ ਬਾਂਦੀ ਦੇ ਦੁਆਰਾ ਭਿਜਵਾਇਆ ਸੀ। ਉਹੀ ਤਾਂ ਹੈ। ਬਾਂਦੀ ਨੂੰ ਬੁਲਾਇਆ ਤੇ ਪੁੱਛਿਆ ਕਿ ਉਹ ਡਿੱਬਾ ਕਿੱਥੇ ਹੈ। ਬਾਂਦੀ ਨੇ ਪਲੰਗ ਦੇ ਨੀਚੇ ਤੋਂ ਕੱਢ ਕੇ ਦਿਖਾਇਆ। ਇਹ ਰਿਹਾ ਰਾਜਾ ਜੀ ਜੋ ਆਪਨੇ ਭੇਜਿਆ ਸੀ। ਰਾਜਾ ਵਾਪਸ ਆ ਗਿਆ। ਰਾਜਾ ਨੇ ਸੋਚਿਆ ਕਿ ਹੁਣ ਦੀ ਵਾਰੀ ਇਸ ਨੂੰ ਵਿਸ਼ ਮੈਂ ਆਪਣੇ ਸਾਹਮਣੇ ਪਿਲਾਉਂਗਾ, ਨਹੀਂ ਪੀਏਗੀ ਤਾਂ ਸਿਰ ਕੱਟ ਦਊਂਗਾ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 88। ਮੀਰਾਬਾਈ ਨੂੰ ਜ਼ਹਿਰ ਨਾਲ ਮਾਰਨ ਦੀ ਬੇਅਰਥ ਕੋਸ਼ਿਸ਼। ਇੱਕ ਸਪੇਰੇ ਨੂੰ ਕਿਹਾ ਕਿ ਭਿਆਨਕ ਜ਼ਹਿਰ ਲੈ ਕੇ ਆਵੀਂ ਜਿਸ ਨੂੰ ਜੀਭ ਉੱਪਰ ਰੱਖਦੇ ਹੀ ਵਿਅਕਤੀ ਮਰ ਜਾਏ। ਅਜਿਹਾ ਜ਼ਹਿਰ ਲੈ ਆਇਆ। ਰਾਜਾ ਨੇ ਮੀਰਾ ਨੂੰ ਕਿਹਾ ਕਿ ਇਹ ਜ਼ਹਿਰ ਪੀ ਲੈ, ਨਹੀਂ ਤਾਂ ਤੇਰੀ ਗਰਦਨ ਕੱਟ ਦਿੱਤੀ ਜਾਏਗੀ। ਮੀਰਾ ਨੇ ਸੋਚਿਆ ਕਿ ਗਰਦਨ ਕੱਟਣ ਵਿੱਚ ਤਾਂ ਪੀੜਾ ਹੋਏਗੀ, ਜ਼ਹਿਰ ਪੀ ਲੈਂਦੀ ਹਾਂ। ਮੀਰਾ ਨੇ ਜ਼ਹਿਰ ਦਾ ਪਿਆਲਾ ਪਰਮਾਤਮਾ ਨੂੰ ਯਾਦ ਕਰਕੇ ਪੀ ਲਿਆ, ਲੇਕਿਨ ਉਹਨਾਂ ਨੂੰ ਕੁਝ ਨਹੀਂ ਹੋਇਆ। ਸਪੇਰਾ ਬੁਲਾਇਆ ਅਤੇ ਉਸ ਨੂੰ ਕਿਹਾ ਕਿ ਇਹ ਨਕਲੀ ਜ਼ਹਿਰ ਲੈ ਆਇਆ। ਸਪੇਰੇ ਨੇ ਕਿਹਾ ਕਿ ਉਹ ਪਿਆਲਾ ਕਿੱਥੇ ਹੈ। ਉਸ ਨੂੰ ਪਿਆਲਾ ਦਿੱਤਾ ਗਿਆ। ਸਪੇਰੇ ਨੇ ਉਸ ਪਿਆਲੇ ਵਿੱਚ ਦੁੱਧ ਪਾ ਕੇ ਇੱਕ ਕੁੱਤੇ ਨੂੰ ਪਿਲਾ ਦਿੱਤਾ। ਕੁੱਤਾ ਦੂਸਰੀ ਵਾਰ ਜੀਭ ਵੀ ਨਹੀਂ ਲਗਾ ਪਾਇਆ ਸੀ, ਮਰ ਗਿਆ। ਰਾਜਾ ਨੇ ਦੇਖਿਆ ਕਿ ਇਹ ਕਿਸ ਤਰ੍ਹਾਂ ਮਰਨ ਵਾਲੀ ਨਹੀਂ ਹੈ ਤਾਂ ਉਸ ਨੂੰ ਮੰਦਰ ਵਿੱਚ ਜਾਣ ਤੋਂ ਨਹੀਂ ਰੋਕਿਆ। ਉਸ ਦੇ ਨਾਲ ਕਈ ਨੌਕਰਾਣੀਆਂ ਤੇ ਪੁਰਸ਼ ਰਕਸ਼ਕ ਵੀ ਭੇਜਣ ਲੱਗਾ ਕਿ ਲੋਕ ਇਹ ਨਹੀਂ ਕਹਿਣਗੇ ਕਿ ਅਵਾਰਾਗਰਦੀ ਵਿੱਚ ਜਾਂਦੀ ਹੈ। ਮੀਰਾ ਨੂੰ ਸਤਿਗੁਰੂ ਸ਼ਰਨ ਮਿਲੀ, ਜਿਸ ਸ੍ਰੀ ਕ੍ਰਿਸ਼ਨ ਜੀ ਦੇ ਮੰਦਿਰ ਵਿੱਚ ਮੀਰਾਬਾਈ ਪੂਜਾ ਕਰਨ ਜਾਂਦੀ ਸੀ। ਉਸ ਦੇ ਮਾਰਗ ਵਿੱਚ ਇੱਕ ਛੋਟਾ ਬਗੀਚਾ ਸੀ। ਉਸ ਵਿੱਚ ਕੁਝ ਜ਼ਿਆਦਾ ਛਾਂ ਵਾਲੇ ਬਿਰਖ ਵੀ ਸਨ। ਉਸ ਬਗੀਚੇ ਵਿੱਚ ਪਰਮੇਸ਼ਵਰ ਕਬੀਰ ਜੀ ਤੇ ਸੰਤ ਰਵਿਦਾਸ ਜੀ ਸਤਸੰਗ ਕਰ ਰਹੇ ਸਨ। ਸਵੇਰੇ ਦੇ ਲਗਭਗ 10 ਵਜੇ ਦਾ ਸਮੇਂ ਸੀ। ਮੀਰਾ ਜੀ ਨੇ ਦੇਖਿਆ ਕਿ ਇੱਥੇ ਪਰਮਾਤਮਾ ਦੀ ਚਰਚਾ ਜਾਂ ਕਥਾ ਚੱਲ ਰਹੀ ਹੈ। ਕੁਝ ਦੇਰ ਸੁਣ ਕੇ ਚੱਲਦੇ ਹਾਂ। ਪਰਮੇਸ਼ਵਰ ਕਬੀਰ ਜੀ ਨੇ ਸਤਸੰਗ ਵਿੱਚ ਸੰਖੇਪ ਸ੍ਰਿਸ਼ਟੀ ਰਚਨਾ ਦਾ ਗਿਆਨ ਸੁਣਾਇਆ। ਕਿਹਾ ਕਿ ਸ੍ਰੀ ਕ੍ਰਿਸ਼ਨ ਜੀ ਯਾਨੀ ਸ੍ਰੀ ਵਿਸ਼ਨੂੰ ਜੀ ਤੋਂ ਉੱਪਰ ਹੋਰ ਸਰਵ ਸ਼ਕਤੀਮਾਨ ਪਰਮਾਤਮਾ ਹੈ। ਜਨਮ ਮਰਨ ਸਮਾਪਤ ਨਹੀਂ ਹੋਇਆ ਤਾਂ ਭਗਤੀ ਕਰਨਾ ਨਾ ਕਰਨਾ ਸਮਾਨ ਹੈ। ਜਨਮ ਮਰਨ ਤਾਂ ਸ੍ਰੀ ਕ੍ਰਿਸ਼ਨ ਜੀ ਯਾਨੀ ਸ੍ਰੀ ਵਿਸ਼ਨੂੰ ਦਾ ਵੀ ਸਮਾਪਤ ਨਹੀਂ ਹੈ। ਉਸ ਦੇ ਪੁਜਾਰੀਆਂ ਦਾ ਕਿਵੇਂ ਹੋਏਗਾ? ਜਿਵੇਂ ਹਿੰਦੂ ਸੰਤਜਨ ਕਹਿੰਦੇ ਹਨ ਕਿ ਗੀਤਾ ਗਿਆਨ ਸ੍ਰੀ ਕ੍ਰਿਸ਼ਨ ਮਤਲਬ ਸ੍ਰੀ ਵਿਸ਼ਨੂੰ ਜੀ ਨੇ ਅਰਜੁਨ ਨੂੰ ਦੱਸਿਆ। ਗੀਤਾ ਗਿਆਨ ਦਾਤਾ ਗੀਤਾ ਅਧਿਆਇ 2 ਸ਼ਲੋਕ 12, ਅਧਿਆਇ 4 ਸ਼ਲੋਕ 5, ਅਧਿਆਇ 10 ਸ਼ਲੋਕ 2 ਵਿੱਚ ਸਪਸ਼ਟ ਕਰ ਰਿਹਾ ਹੈ ਕਿ ਹੇ ਅਰਜੁਨ, ਤੇਰੇ ਅਤੇ ਮੇਰੇ ਬਹੁਤ ਜਨਮ ਹੋ ਚੁੱਕੇ ਹਨ। ਤੂੰ ਨਹੀਂ ਜਾਣਦਾ, ਮੈਂ ਜਾਣਦਾ ਹਾਂ। ਇਸ ਤੋਂ ਸਪਸ਼ਟ ਹੈ ਕਿ ਸ੍ਰੀ ਕ੍ਰਿਸ਼ਨ ਜੀ ਦਾ ਵੀ ਜਨਮ ਮਰਨ ਸਮਾਪਤ ਨਹੀਂ ਹੈ। ਇਹ ਅਵਿਨਾਸ਼ੀ ਨਹੀਂ ਹੈ। ਇਸ ਲਈ ਗੀਤਾ ਅਧਿਆਇ 18 ਸ਼ਲੋਕ 62 ਵਿੱਚ ਗੀਤਾ ਬੋਲਣ ਵਾਲੇ ਨੇ ਕਿਹਾ ਹੈ ਕਿ ਹੇ ਭਾਰਤ, ਤੂੰ ਸਰਵ ਭਾਵ ਨਾਲ ਉਸ ਪਰਮੇਸ਼ਵਰ ਦੀ ਸ਼ਰਨ ਵਿੱਚ ਜਾ। ਉਸ ਪਰਮੇਸ਼ਵਰ ਦੀ ਕਿਰਪਾ ਨਾਲ ਹੀ ਤੂੰ ਸਨਾਤਨ ਪਰਮ ਧਾਮ ਨੂੰ ਤੇ ਪਰਮ ਸ਼ਾਂਤੀ ਨੂੰ ਪ੍ਰਾਪਤ ਹੋਏਗਾ। ਪਰਮੇਸ਼ਵਰ ਕਬੀਰ ਜੀ ਦੇ ਮੁਖ ਕਮਲ ਤੋਂ ਇਹ ਸੁਣ ਕੇ ਪਰਮਾਤਮਾ ਦੇ ਲਈ ਭਟਕ ਰਹੀ ਆਤਮਾ ਨੂੰ ਨਵੀਂ ਰੋਸ਼ਨੀ ਮਿਲੀ। ਸਤਸੰਗ ਦੇ ਉਪਰੰਤ ਮੀਰਾਬਾਈ ਜੀ ਨੇ ਪ੍ਰਸ਼ਨ ਕੀਤਾ ਕਿ ਹੇ ਮਹਾਤਮਾ ਜੀ, ਆਪ ਜੀ ਦੀ ਆਗਿਆ ਹੋਵੇ ਤਾਂ ਸ਼ੰਕਾ ਦਾ ਸਮਾਧਾਨ ਕਰਵਾਉਂਗੀ। ਕਬੀਰ ਜੀ ਨੇ ਕਿਹਾ ਕਿ ਪ੍ਰਸ਼ਨ ਕਰੋ ਭੈਣ ਜੀ।
आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 99। प्रश्न, हे महात्मा जी, अज तक मैं किसे तो नहीं सुनिया कि श्री कृष्ण जी तो उपर भी कोई परमात्मा है। अज आप जी दे मुख तो सुन के मैं दोराहे उपर खड़ी हो गई हा। मैं मनदी हा कि संत झूठ नहीं बोलते। परमेश्वर कबीर जी ने कहा कि तुहाडे धार्मिक अज्ञानी गुरुआ दा दोष है, जिन्हां नूं खुद ज्ञान नहीं कि अपने सदग्रंथ की ज्ञान दसदे हन। देवी पुराण दे तीसरे सकंद विच श्री विष्णु जी खुद स्वीकार करदे हन कि मैं यानी विष्णु ब्रह्मा ते शंकर नाशवान हा। साडा आविर्भाव यानी जन्म ते तिरोभाव यानी मृत्यु हुंदा रहिंदा है। मीराबाई बोली कि हे महाराज जी, भगवान श्री कृष्ण मैनू साक्षात दर्शन दिंदे हन। मैं उन्हां नाल गलबात करदी हा। कबीर जी ने कहा कि हे मीराबाई जी, आप एक काम करो, भगवान श्री कृष्ण जी नू ही पुछ लेना कि आप तो उपर भी कोई मालिक है। ओ देवता हन, कदी झूठ नहीं बोलणगे। मीराबाई नू लगा कि ओ पागल हो जाएगी जेकर श्री कृष्ण जी तो भी उपर कोई परमात्मा है ता। रात विच मीरा जी ने भगवान श्री कृष्ण जी दा आवाहन किया। त्रिलोकीनाथ प्रगट होए। मीरा ने अपनी शंका दे समाधान दे लई बेनती कीता कि हे प्रभु, की आप तो उपर भी कोई परमात्मा है। एक संत ने सत्संग विच दस्या है, श्री कृष्ण जी ने कहा कि मीरा परमात्मा ता है, परंतु वो किसे नू दर्शन नहीं दिंदा। असी बहुत समाधि ते साधना करके देख लई है। मीराबाई जी ने सत्संग विच परमात्मा कबीर जी तो ये भी सुनिया सी कि उस पूर्ण परमात्मा नू मैं परतख दिखावांगा, सत साधना करके उसदे कोल सतलोक भेज देवांगा। मीराबाई ने श्री कृष्ण जी नू फिर प्रश्न किया कि की आप जीव दा जन्म मरण समाप्त कर सकते हो। श्री कृष्ण जी ने कहा कि यह संभव नहीं। कबीर जी ने कहा सी कि मेरे कोल ऐसा भक्ति मंत्र है जिस नाल जन्म मरण सदा दे लई समाप्त हो जाता है, ओ परमधाम प्राप्त हुंदा है। जिस दे विषय विच गीता अध्याय 15 श्लोक 4 विच कहा है कि तत्व ज्ञान ते तत्वदर्शी संत दी प्राप्ति दे मगरों परमात्मा दे उस परमधाम दी खोज करनी चाहिदी है जिथे जाण दे मगरों साधक फिर वापस संसार विच कदी नहीं आउंदे। उस एक परमात्मा दी भगती करो। मीराबाई ने कहा कि हे भगवान श्री कृष्ण जी, संत जी कह रहे सन कि मैं जन्म मरण समाप्त कर दिंदा हा, हुण मैं की करा, मैनू तां पूर्ण मोक्ष दी चाह है। श्री कृष्ण जी बोले कि मीरा, आप उस संत दी शरण ग्रहण कर, अपना कल्याण कराओ। मैनू जिन्ना ज्ञान सी मैं दस दिता। मीरा अगले दिन मंदिर नहीं गई, सिद्धी संत जी दे कोल अपनियां नौकरानियां दे नाल गई ते दीख्या लैण दी इच्छा प्रगट कीती ते श्री कृष्ण जी नाल होई वार्ता भी संत कबीर जी नाल सांझी कीती। उस समय छुआ-छात चरम सीमा उत्ते सी। ठाकुर लोक अपने आप नू सर्व उत्तम मनदे सन। परमात्मा माण वडियाई वाले प्राणी नू कदी नहीं मिलदा। मीराबाई दी परीक्षा दे लई कबीर जी ने संत रविदास जी नू कहा कि आप मीरा राठौर नू प्रथम मंत्र दे देवो, ए मेरा आप नू आदेश है। संत रविदास जी ने आग्या दा पालन कीता। संत कबीर परमात्मा जी ने मीरा नू कहा कि भैण जी, ओ बैठे संत जी, उन्हां दे कोल जाके दीख्या लै लवो। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 90। भैण मीरा जी तुरंत रविदास जी दे कोल गई अते बोली, संत जी दीख्या दे के कल्याण करो। संत रविदास जी ने दस्या कि भैण जी, मैं चमार जाते तो हा, आप ठाकुर दी बेटी हो, आप दे समाज दे लोक आप नू बुरा भला कहणगे, जाते तो बाहर कर देणगे, आप विचार कर लवो। मीराबाई अधिकारी आत्मा सी, परमात्मा दे लई मर मिटण दे लई सदा तैयार रहिंदी सी। बोली, संत जी आप मेरे पिता, मैं आप दी बेटी, मैनू दीख्या देवो। पहाड़ विच पवे समाज, कल नू कुत्ती बनागी, फिर ये ठाकुर समाज मेरा की बचाव करेगा। सत्संग विच वड्डे गुरु यानी कबीर जी ने दस्या है कि कबीर कुल करनी के कारणे हंसा गया बिगोए, तब कुल कया कर लेगा जब चार पाया का होए। शब्द अर्थ, कबीर परमेश्वर जी सतर्क कर रहे हन कि हे भगत यानी स्त्री जा पुरुष जो कुल परिवार ते संसार दी शर्म दे कारण भगती नहीं करदे, कहंदे हन कि घर परिवार वाले जा संसार दे लोक मजाक करनगे कि नाम दिख्या लैके दंडवत प्रणाम करदे हो, होर देवी देवत्यावां दी पूजा नहीं करदे हो, श्राद्ध पिंडदान नहीं करदे हो, तुहानू शर्म आउणी चाहिदी है।
ਉਹਨਾਂ ਨੇ ਆਪਣਾ ਮਾਨਵ ਜੀਵਨ ਨਸ਼ਟ ਕਰ ਲਿਆ ਭਗਤੀ ਨਾ ਕਰਨ ਨਾਲ। ਜਦੋਂ 4 ਪੈਰ ਦੇ ਪਸ਼ੂ ਯਾਨੀ ਗਧੇ, ਕੁੱਤੇ, ਸੂਰ, ਬੈਲ ਆਦਿ ਬਣੋਗੇ, ਫਿਰ ਇਹ ਕੁਲ ਜਾਂ ਸੰਸਾਰ ਦੇ ਲੋਕ ਕੀ ਬਚਾਓ ਕਰਨਗੇ। ਭਗਤੀ ਨੇ ਬਚਾਵ ਕਰਨਾ ਸੀ, ਉਹ ਕੀਤੀ ਨਹੀਂ, ਇਸ ਲਈ ਭਗਤੀ ਕਰੋ। ਸੰਤ ਰਵਿਦਾਸ ਜੀ ਉੱਠ ਕੇ ਸੰਤ ਕਬੀਰ ਜੀ ਕੋਲ ਗਏ ਅਤੇ ਸਭ ਗੱਲ ਦੱਸੀ। ਪਰਮਾਤਮਾ ਬੋਲੇ ਕਿ ਦੇਰ ਨਾ ਕਰ, ਲੈ ਆਤਮਾ ਨੂੰ ਆਪਣੇ ਪਾਲੇ ਵਿੱਚ। ਉਸ ਸਮੇਂ ਸੰਤ ਰਵਿਦਾਸ ਜੀ ਨੇ ਭੈਣ ਮੀਰਾ ਨੂੰ ਪ੍ਰਥਮ ਮੰਤਰ ਕੇਵਲ 5 ਨਾਮ ਦਿੱਤੇ, ਯਾਨੀ ਇਹ 5 ਨਾਮ ਸਰੀਰ ਵਿੱਚ ਬਣੇ ਕਮਲਾਂ ਨੂੰ ਖੋਲਣ ਵਾਲੇ ਹਨ। ਰਾਧਾ ਸਵਾਮੀ ਪੰਥ ਵਾਲੇ ਨਹੀਂ ਹਨ ਤੇ ਨਾ ਦਾਮਾਖੇੜਾ ਵਾਲੇ ਗੱਦੀ ਤੋਂ ਦਿੱਤੇ ਜਾਣ ਵਾਲੇ ਹਨ। ਉਹਨਾਂ ਤੋਂ ਅਲੱਗ ਮੋਕਸ਼ ਵਿੱਚ ਸਹਿਯੋਗੀ ਮੰਤਰ ਹਨ। ਮੀਰਾ ਬਾਈ ਨੂੰ ਦੱਸਿਆ ਕਿ ਇਹ ਇਹਨਾਂ ਦੀ ਪੂਜਾ ਨਹੀਂ ਹੈ, ਇਹਨਾਂ ਦੀ ਸਾਧਨਾ ਕਰਨੀ ਹੈ। ਇਹਨਾਂ ਦੇ ਲੋਕ ਵਿੱਚ ਰਹਿਣ ਦੇ ਲਈ, ਖਾਣ ਪੀਣੇ ਦੇ ਲਈ ਜੋ ਭਗਤੀ ਧਨ ਚਾਹੀਦਾ ਹੈ, ਉਹ ਇਹਨਾਂ ਮੰਤਰਾਂ ਨਾਲ ਹੀ ਮਿਲਦਾ ਹੈ। ਇੱਥੇ ਦਾ ਕਰਜ਼ਾ ਉਤਰ ਜਾਂਦਾ ਹੈ, ਫਿਰ ਮੋਕਸ਼ ਦੇ ਅਧਿਕਾਰੀ ਹੁੰਦੇ ਹਨ। ਪਰਮਾਤਮਾ ਕਬੀਰ ਜੀ ਤੇ ਸੰਤ ਰਵਿਦਾਸ ਜੀ ਉੱਥੇ 1 ਮਹੀਨਾ ਰੁਕੇ। ਮੀਰਾਬਾਈ ਪਹਿਲੇ ਤਾਂ ਦਿਨ ਵਿੱਚ ਘਰ ਤੋਂ ਬਾਹਰ ਜਾਂਦੀ ਸੀ, ਫਿਰ ਰਾਤ ਨੂੰ ਵੀ ਸਤਸੰਗ ਵਿੱਚ ਜਾਣ ਲੱਗੀ, ਕਿਉਂਕਿ ਸਤਸੰਗ ਦਿਨ ਵਿੱਚ ਘੱਟ ਤੇ ਰਾਤ ਵਿੱਚ ਜ਼ਿਆਦਾ ਹੁੰਦਾ ਸੀ। ਕੋਈ ਦਿਨ ਨੂੰ ਸਮੇਂ ਕੱਢ ਲੈਦਾ, ਕੋਈ ਰਾਤ ਨੂੰ। ਮੀਰਾ ਦੇ ਦੇਵਰ ਰਾਣਾ ਜੀ ਮੀਰਾ ਨੂੰ ਰਾਤ ਨੂੰ ਘਰ ਤੋਂ ਬਾਹਰ ਜਾਂਦਾ ਦੇਖ ਕੇ ਜਲ ਪੁੱਜ ਗਏ, ਪਰੰਤੂ ਮੀਰਾ ਨੂੰ ਰੋਕਣਾ ਤੂਫਾਨ ਨੂੰ ਰੋਕਣ ਦੇ ਸਮਾਨ ਸੀ। ਇਸ ਲਈ ਰਾਣਾ ਜੀ ਨੇ ਆਪਣੀ ਮੌਸੀ ਜੀ ਯਾਨੀ ਮੀਰਾ ਦੀ ਮਾਤਾ ਜੀ ਨੂੰ ਬੁਲਾਇਆ ਅਤੇ ਸਮਝਾਉਣ ਦੇ ਲਈ ਕਿਹਾ ਕਿ ਇਸਨੇ ਸਾਡੀ ਇੱਜ਼ਤ ਦਾ ਨਾਸ਼ ਕਰ ਦਿੱਤਾ। ਬੇਟੀ ਮਾਤਾ ਦੀ ਗੱਲ ਮੰਨ ਲੈਂਦੀ ਹੈ। ਮੀਰਾ ਦੀ ਮਾਤਾ ਨੇ ਮੀਰਾ ਨੂੰ ਸਮਝਾਇਆ। ਮੀਰਾ ਨੇ ਉਸ ਦਾ ਤੁਰੰਤ ਉੱਤਰ ਦਿੱਤਾ, ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ किताब जीने की राह दा पन्ना नंबर 91। शब्द सत्संग में जाना ए मीरा छोड़ दे आए मारी लोग करें तकरार। सत्संग में जाना मेरा ना छूटे री चाहे जल के मरो संसार। थारे सत्संग के राहे में ए आहे वहां पै रहते हैं काले नाग, कोई कोई नाग तने डस लेवे। जब गुरु महारे मेर करे री आरी वै तो सर्प गंडेवे बन जावे। थारे सत्संग के राहे में ए आहे वहां पै रहते बब्बर शेर, कोई कोई शेर तने खा लेवे। जब गुरुआ की मेर फिरे री आरी वाव तो शेरा के गीदड़ बन जावे। थारे सत्संग के बीच में ए आहे वहां पै रहते हैं साधु संत, कोई कोई संत तने ले रमे। तेरे री मन में माता पाप है री, संत मेरे माँ बाप है री, आ री ये तो कर देंगे बेड़ा पार। वो तो जात चमार है ए, इसमें महारी हार है ए। तेरे री लेखे माता चमार है री, मेरा सिरजनहार है री, आरी वह तो मीरा के गुरु रविदास। शब्द अर्थ मीरा बाई दी माता ने कहा कि हे मीरा तू सत्संग विच जाना बंद कर दे। संसार दे लोग साडे विषे विच गलत गल्लां करदे हन। मीरा ने कहा कि हे माता मैं सत्संग विच जाना बंद नहीं करांगी, संसार भले ही ईर्खा दी अग विच जल के मर जावे। माता ने मीरा नूं डर कराउण दे लई दस्सिया कि जिस रस्ते तू रात विच सत्संग सुणन दे लई जांदी है, उस रस्ते विच सप अते शेर रहिंदे हन, ओ तैनूं मार देणगे। मीरा ने उत्तर दिता कि मेरे गुरु जी इन्ने समर्थ हन, ओ किरपा करनगे तां शेर तां गद्दड़ दी तरह व्यवहार करनगे ਅਤੇ ਸੱਪ ਇੰਜ ਨਿਸ਼ਕ੍ਰਿਆ ਹੋ ਜਾਣਗੇ ਜਿਵੇਂ ਗੰਡੇਵੇ ਪ੍ਰਾਣੀ ਹੁੰਦੇ ਹਨ, ਜੋ ਸੱਪ ਜਿਹੇ ਆਕਾਰ ਦੇ ਹੁੰਦੇ ਹਨ, ਪਰੰਤੂ 6 ਜਾਂ 8 ਇੰਚ ਦੇ ਲੰਬੇ ਅਤੇ ਅੱਧਾ ਇੰਚ ਗੋਲਾਈ ਦੇ ਮੋਟੇ ਹੁੰਦੇ ਹਨ। ਉਹ ਡਸਦੇ ਨਹੀਂ। ਮੀਰਾ ਦੀ ਮਾਤਾ ਨੇ ਫਿਰ ਕਿਹਾ ਸਤਸੰਗ ਸੁਣਨ ਵਾਲੀ ਥਾਂ ਤੇ ਕੁਝ ਯੁਵਾ ਭਗਤ ਪੁਰਸ਼ ਵੀ ਰਹਿੰਦੇ ਹਨ, ਕੋਈ ਤੈਨੂੰ ਕਿਤੇ ਲੈ ਜਾਵੇਗਾ ਅਤੇ ਗਲਤ ਕੰਮ ਕਰੇਗਾ। ਮੀਰਾ ਨੇ ਉੱਤਰ ਦਿੱਤਾ ਕਿ ਹੇ ਮਾਤਾ ਆਪ ਦੇ ਮਨ ਵਿੱਚ ਦੋਸ਼ ਹੈ, ਇਸ ਲਈ ਆਪ ਦੇ ਮਨ ਵਿੱਚ ਅਜਿਹੇ ਵਿਚਾਰ ਆਏ ਹਨ। ਉਹ ਸੰਤ ਅਤੇ ਭਗਤ ਤਾਂ ਮੇਰੇ ਮਾਤਾ ਪਿਤਾ ਦੇ ਸਮਾਨ ਹਨ, ਉਹ ਅਜਿਹਾ ਗਲਤ ਕੰਮ ਨਹੀਂ ਕਰਦੇ। ਮੀਰਾ ਦੀ ਮਾਂ ਨੇ ਛੁਆਛਾਤ ਦੇ ਕਾਰਨ ਮੀਰਾ ਨੂੰ ਰੋਕਣਾ ਚਾਹਿਆ, ਕਿਹਾ ਕਿ ਹੇ ਮੀਰਾ ਤੇਰਾ ਗੁਰੂ ਰਵਿਦਾਸ ਤਾਂ ਅਨੁਸੂਚਿਤ ਜਾਤੀ ਦਾ ਚਮਾਰ ਹੈ, ਇਸ ਨਾਲ ਸਾਡੀ ਰਾਜਪੂਤਾ ਦੀ ਬੇਇੱਜ਼ਤੀ ਹੋ ਰਹੀ ਹੈ, ਸਤਸੰਗ ਵਿੱਚ ਜਾਣਾ ਬੰਦ ਕਰ ਦੇ। ਮੀਰਾ ਨੇ ਕਿਹਾ ਕਿ ਹੇ ਮਾਤਾ ਤੇਰੇ ਵਿਚਾਰਾਂ ਤੋਂ ਮੇਰੇ ਗੁਰੂ ਜੀ ਅਨੁਸੂਚਿਤ ਜਾਤੀ ਦੇ ਚਮਾਰ ਹਨ, ਮੇਰੇ ਲਈ ਤਾਂ ਮੇਰੇ ਪਰਮਾਤਮਾ ਹਨ, ਮੈਂ ਉਹਨਾਂ ਦੀ ਬੇਟੀ, ਉਹ ਮੇਰੇ ਪਿਤਾ ਹਨ, ਸਤਸੰਗ ਵਿੱਚ ਜਾਣਾ ਬੰਦ ਨਹੀਂ ਹੋਵੇਗਾ। ਇਹ ਕਥਾ ਸੁਣ ਕੇ ਰਾਮ ਪਿਆਰੀ ਯਾਨੀ ਰਾਮੋ ਦੀਆਂ ਅੱਖਾਂ ਜਿਹੀਆਂ ਖੁੱਲ ਗਈਆਂ। ਅਗਲੇ ਦਿਨ ਕਸਤੂਰੀ ਦੇ ਨਾਲ ਸਤਸੰਗ ਵਿੱਚ ਗਈ ਅਤੇ ਇੱਕ ਸਤਸੰਗ ਸੁਣਦੇ ਹੀ ਦੀਖਿਆ ਲੈ ਲਈ। ਫਿਰ ਇੱਕ ਦਿਨ ਭੋਜਨ ਦੀ ਸੇਵਾ ਮੰਗੀ। ਸਭ ਪਰਿਵਾਰਾਂ ਨੇ ਕਿਹਾ ਕਿ ਭੈਣ ਅਸੀਂ ਆਪਣੀ ਸੇਵਾ ਨਹੀਂ ਛੱਡ ਸਕਦੇ, ਗੁਰੂ ਜੀ ਅਗਲੀ ਵਾਰ ਆਉਣਗੇ ਫਿਰ ਤੇਰੀ ਵਾਰੀ ਲਗਵਾ ਦਿਆਂਗੇ। ਭਗਤ ਮਤੀ ਰਾਮੋ ਨੂੰ ਤਾਂ ਪਲ ਦੀ ਵੀ ਚੈਨ ਨਹੀਂ ਸੀ।
ਰੋਣ ਜਿਹਾ ਚਿਹਰਾ ਕਰ ਲਿਆ